BA ਸਮੈਸਟਰ 3 ਪੰਜਾਬੀ ਇਲੈਕਟਿਵ ਪੱਛਮੀ ਆਲੋਚਨਾ ਦੇ ਮੂਲ ਸੰਕਲਪ। ਪਹਿਲਾ, ਅਨੁਕਰਨ। ਅਨੁਕਰਨ ਸਿਧਾਂਤ ਬਾਰੇ ਖੋਲ੍ਹ ਕੇ ਦੱਸੋ। ਅਨੁਕਰਨ ਤੋਂ ਭਾਵ ਹੈ ਕਿਸੇ ਦੇ ਕਰਮ, ਸੁਭਾਅ ਜਾਂ ਗੁਣ, ਔਗੁਣ ਦੀ ਨਕਲ ਕਰਨਾ। ਅਰਸਤੂ ਨੇ ਆਪਣੇ ਕਾਵਿ ਸ਼ਾਸਤਰ ਵਿੱਚ ਅਨੁਕਰਨ ਨੂੰ ਕਲਾ ਦੀ ਮੂਲ ਆਤਮਾ ਮੰਨਿਆ ਹੈ। ਆਚਾਰੀਆ ਭਰਤ ਨੇ ਇਸ ਨੂੰ ਨਾਟ ਦਾ ਸਾਰ ਮੰਨਿਆ ਹੈ। ਯੂਨਾਨ ਵਿੱਚ ਸਭ ਤੋਂ ਪਹਿਲਾਂ ਅਫਲਾਤੂਨ ਨੇ ਕਲਾ ਦੇ ਅਨੁਕਰਨਾਤਮਕ ਹੋਣ ਦੀ ਗੱਲ ਕੀਤੀ। ਅਰਸਤੂ ਨੇ ਵੀ ਆਪਣੇ ਗੁਰੂ ਦੇ ਇਸ ਸਿਧਾਂਤ ਦੀ ਪਾਲਣਾ ਕਰਦਿਆਂ ਇਸ ਦੀ ਖੋਲ੍ਹ ਕੇ ਵਿਆਖਿਆ ਕੀਤੀ। ਅਫਲਾਤੂਨ ਅਨੁਸਾਰ ਹਰ ਚੀਜ਼ ਦੇ 3 ਪੱਖ ਹਨ, ਇੱਕ ਸੂਖਮ ਅਤੇ 2 ਸਥੂਲ। ਪਹਿਲਾ ਪੱਖ ਕਿਸੇ ਚੀਜ਼ ਦੀ ਉਹ ਕੀਮਤ ਹੈ ਜਿਸ ਲਈ ਉਹ ਹੋਂਦ ਵਿੱਚ ਆਈ ਹੈ। ਦੂਜਾ ਪੱਖ ਹੈ ਚੀਜ਼ ਦਾ ਆਕਾਰ, ਚੌੜਾਈ ਤੇ ਉਚਾਈ ਆਦਿ। ਰੰਗ ਵੀ ਇਸੇ ਵਿੱਚ ਸ਼ਾਮਲ ਹੈ। ਇਹਨਾਂ ਦੇ ਇਕੱਠੇ ਹੋਣ ਨਾਲ ਹੀ ਕੋਈ ਚੀਜ਼ ਹੋਂਦ ਵਿੱਚ ਆਉਂਦੀ ਹੈ। ਤੀਜਾ ਪੱਖ ਅਨੁਕਰਨ ਜਾਂ ਨਕਲ ਦਾ ਹੈ, ਜੋ ਕਵੀ ਜਾਂ ਚਿੱਤਰਕਾਰ ਕਰਦੇ ਹਨ। ਇਸ ਕਰਕੇ ਕਵੀ ਜਾਂ ਚਿੱਤਰਕਾਰ ਨੂੰ ਕਰਤਾ ਆਖਣਾ ਠੀਕ ਨਹੀਂ, ਕਿਉਂਕਿ ਉਹ ਤੀਜੇ ਦਰਜੇ 'ਤੇ ਆਉਂਦਾ ਹੈ। ਉਹ ਅਨੁਕਰਤਾ ਹੈ, ਅਸਲੀਅਤ ਤੋਂ ਬਹੁਤ ਦੂਰ। ਜਿਸ ਰੂਪ ਨੂੰ ਉਹ ਦਰਸਾਉਂਦਾ ਹੈ ਉਸਨੇ ਆਪਣੇ ਦ੍ਰਿਸ਼ਟੀਕੋਣ ਤੋਂ ਵੇਖਿਆ ਹੁੰਦਾ ਹੈ ਤੇ ਉਹ ਨਕਲ ਹੁੰਦੀ ਹੈ, ਅਸਲ ਨਹੀਂ। ਅਫਲਾਤੂਨ ਅਨੁਸਾਰ ਅਨੁਕਰਤਾ ਨੂੰ ਨਕਲ ਕੀਤੀ ਚੀਜ਼ ਦਾ ਸੰਪੂਰਨ ਗਿਆਨ ਨਹੀਂ ਹੁੰਦਾ। ਉਸਨੂੰ ਅਨੁਕਰਨ ਕਾਰਜ ਵਿਚਲੇ ਗੁਣਾਂ ਦੋਸ਼ਾਂ ਦਾ ਵੀ ਪਤਾ ਨਹੀਂ ਲੱਗ ਸਕਦਾ, ਕਿਉਂਕਿ ਉਸਦੀ ਅਨੁਕ੍ਰਿਤੀ ਆਮ ਵਰਤੋਂ ਦੀ ਚੀਜ਼ ਨਹੀਂ ਹੁੰਦੀ। ਉਸ ਅਨੁਸਾਰ ਦੁਖਾਂਤਕਾਰ ਕਵੀ ਪਹਿਲੇ ਦਰਜੇ ਦੇ ਅਨੁਕਰਤਾ ਹਨ। ਅਨੁਕਰਨ ਸੱਚ ਤੋਂ ਤੀਜੇ ਦਰਜੇ 'ਤੇ ਹੈ। ਅਨੁਕ੍ਰਿਤੀ ਕੇਵਲ ਬਾਹਰਲੇ ਰੂਪ ਨਾਲ ਹੀ ਸੰਬੰਧਿਤ ਹੈ, ਜੋ ਸਥਿਰ ਨਹੀਂ ਰਹਿੰਦਾ। ਇਸ ਵਿੱਚ ਅੱਖ ਨੂੰ ਧੋਖਾ ਵੀ ਹੋ ਸਕਦਾ ਹੈ। ਇਹ ਰੂਪ ਆਤਮ ਵਿਰੋਧੀ ਵੀ ਹੋ ਸਕਦਾ ਹੈ। ਅਫਲਾਤੂਨ ਅਨੁਸਾਰ ਅਨੁਕਰਨ ਕਲਾ ਇੱਕ ਘਟੀਆ ਕਲਾ ਹੈ, ਕਿਉਂਕਿ ਇਸ ਦੀ ਉਤਪੱਤੀ ਦਾ ਆਧਾਰ ਹੀਨਤਾ ਹੁੰਦਾ ਹੈ। ਅਨੁਕਰਨ ਮਨੁੱਖਾਂ ਦੇ ਕਰਮਾਂ ਦੀ ਨਕਲ ਹੈ। ਅਨੁਕਾਰੀ ਕਵੀ ਬੌਧਿਕ ਜਾਂ ਸੁਬੋਧ ਪ੍ਰਕਿਰਤੀ ਵਾਲਾ ਨਹੀਂ ਹੁੰਦਾ ਤੇ ਉਹ ਤੀਬਰ, ਅਨੁਰਾਗੀ ਅਤੇ ਅਨੁਕਰਨ ਯੋਗ ਸੁਭਾਅ ਨੂੰ ਵਧੇਰੇ ਪਸੰਦ ਕਰਦਾ ਹੈ। ਅਫਲਾਤੂਨ ਅਨੁਸਾਰ ਚਿੱਤਰਕਾਰ ਅਤੇ ਕਵੀ ਦੋਹਾਂ ਦੇ ਅਨੁਕਰਨ ਵਿੱਚ ਸੱਚ ਦੀ ਮਾਤਰਾ ਘਟੀਆ ਹੁੰਦੀ ਹੈ। ਅਨੁਕਾਰੀ ਕਵੀ ਸਾਡੀ ਆਤਮਾ ਵਿੱਚ ਬੁਰਾਈ ਪੈਦਾ ਕਰਦਾ ਹੈ ਤੇ ਉਹ ਨਿਰਬੋਧ ਆਤਮਾ ਜਾਂ ਅਬੌਧਿਕਤਾ ਦਾ ਪੱਖਪਾਤੀ ਹੁੰਦਾ ਹੈ। ਉਹ ਚਿੱਤਰ ਘੜਦਾ ਹੈ ਅਤੇ ਸੱਚ ਤੋਂ ਬਹੁਤ ਦੂਰ ਰਹਿੰਦਾ ਹੈ। ਅਰਸਤੂ ਨੇ ਅਨੁਕਰਨ ਨੂੰ ਨਵੇਂ ਅਰਥ ਦਿੱਤੇ ਅਤੇ ਆਖਿਆ ਕਿ ਕਲਾ ਪ੍ਰਕਿਰਤੀ ਦੀ ਅਨੁਕ੍ਰਿਤੀ ਜਾਂ ਅਨੁਕਰਨ ਹੈ। ਹਰੇਕ ਦੁਖਾਂਤ ਦੇ 6 ਅੰਗਾਂ ਕਥਾਨਕ, ਚਰਿੱਤਰ ਚਿਤਰਣ, ਵਿਚਾਰ ਤੱਤ, ਭਾਸ਼ਾ, ਦ੍ਰਿਸ਼ ਵਿਧਾਨ ਅਤੇ ਗੀਤ ਸੰਗੀਤ ਵਿੱਚੋਂ 2 ਅਨੁਕਰਨ ਦੇ ਮਾਧਿਅਮ ਹਨ, 1 ਅਨੁਕਰਨ ਦੀ ਵਿਧੀ ਹੈ ਅਤੇ 3 ਅਨੁਕਰਨ ਦੇ ਵਿਸ਼ੇ ਹਨ। ਚਿੱਤਰਕਾਰ ਜਾਂ ਹੋਰ ਕਿਸੇ ਵੀ ਕਲਾਕਾਰ ਵਾਂਗ ਕਵੀ ਅਨੁਕਰਤਾ ਹੈ। ਉਸ ਦੀ ਅਨੁਕ੍ਰਿਤੀ ਇਹਨਾਂ 3 ਪ੍ਰਕਾਰ ਦੀਆਂ ਵਸਤੂਆਂ ਵਿੱਚੋਂ ਹੀ ਇੱਕ ਹੋ ਸਕਦੀ ਹੈ, ਜਿਹੋ ਜਿਹੀਆਂ ਉਹ ਸਨ ਜਾਂ ਹਨ, ਜਿਹੋ ਜਿਹੀਆਂ ਉਹ ਕਹੀਆਂ ਜਾਂ ਸਮਝੀਆਂ ਜਾਂਦੀਆਂ ਹਨ ਅਤੇ ਜਿਹੋ ਜਿਹੀਆਂ ਉਹ ਹੋਣੀਆਂ ਚਾਹੀਦੀਆਂ ਹਨ। ਅਰਸਤੂ ਅਨੁਸਾਰ ਅਨੁਕ੍ਰਿਤ ਵਸਤੂ ਵੀ ਕੋਈ ਘੱਟ ਆਨੰਦਦਾਇਕ ਨਹੀਂ ਹੁੰਦੀ। ਅਰਸਤੂ ਦੇ ਪ੍ਰਸਿੱਧ ਟੀਕਾਕਾਰ ਪ੍ਰੋਫੈਸਰ ਬੂਚਰ ਅਨੁਸਾਰ ਅਨੁਕਰਨ ਦਾ ਅਰਥ ਹੈ ਸਾਦ੍ਰਿਸ਼ ਵਿਧਾਨ ਜਾਂ ਮੂਲ ਦਾ ਪੁਨਰ ਉਥਾਨ। ਕਲਾਕ੍ਰਿਤੀ ਮੂਲ ਵਸਤੂ ਦਾ ਜਿਹੋ ਜਿਹੀ ਉਹ ਹੁੰਦੀ ਹੈ ਉਹ ਜਿਹੀ ਨਹੀਂ, ਸਗੋਂ ਜਿਹੀ ਜਿਹੀ ਉਹ ਇੰਦਰੀਆਂ ਨੂੰ ਪ੍ਰਤੀਤ ਹੁੰਦੀ ਹੈ ਉਹ ਜਿਹਾ ਪੁਨਰ ਉਤਪਾਦਨ ਕਰਦੀ ਹੈ। ਪ੍ਰੋਫੈਸਰ ਗਿਲਬਰਟ ਮਰੇ ਨੇ ਯੂਨਾਨੀ ਸ਼ਬਦ ਪੋਇਤੇਸ ਨੂੰ ਆਧਾਰ ਮੰਨ ਕੇ ਅਨੁਕਰਨ ਸ਼ਬਦ ਦੀ ਵਿਉਂਤਪਤੀ ਮੂਲ ਵਿਆਖਿਆ ਕਰਦਿਆਂ ਇਹ ਸਿੱਟਾ ਪੇਸ਼ ਕੀਤਾ ਹੈ ਕਿ ਕਵੀ ਦੇ ਯੂਨਾਨੀ ਸਮਾਨਾਰਥੀ ਵਿੱਚ ਹੀ ਅਨੁਕਰਨ ਦੀ ਧਾਰਨਾ ਮੌਜੂਦ ਸੀ,
ਪਰ ਅਨੁਕਰਨ ਦਾ ਅਰਥ ਸਿਰਜਣਾ ਦਾ ਅਭਾਵ ਨਹੀਂ ਹੈ। ਐਟਕਿੰਜ਼ ਅਨੁਸਾਰ ਅਨੁਕਰਨ ਸਿਰਜਨਾਤਮਕ ਦਰਸ਼ਨ ਦੀ ਕਿਰਿਆ ਜਾਂ ਆਮ ਤੌਰ 'ਤੇ ਪੁਨਰ ਸਿਰਜਣ ਦਾ ਹੀ ਦੂਸਰਾ ਨਾਮ ਹੈ। ਸਕਾਟ ਜੇਮਜ਼ ਮੁਤਾਬਕ ਅਰਸਤੂ ਦੇ ਕਾਵਿ ਸ਼ਾਸਤਰ ਵਿੱਚ ਅਨੁਕਰਨ ਤੋਂ ਭਾਵ ਹੈ ਸਾਹਿਤ ਵਿੱਚ ਜੀਵਨ ਦਾ ਵਸਤੂਪਰਕ ਅੰਕਨ, ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਜੀਵਨ ਦਾ ਕਲਪਨਾਤਮਕ ਪੁਨਰ ਨਿਰਮਾਣ ਆਖ ਸਕਦੇ ਹਾਂ। ਦੂਸਰਾ, ਵਿਰੇਚਨ। ਵਿਰੇਚਨ ਸਿਧਾਂਤ ਕੀ ਹੈ? ਖੋਲ੍ਹ ਕੇ ਸਮਝਾਓ। ਦੁਖਾਂਤ ਦੇ ਲੱਛਣ ਅਤੇ ਗੁਣਾਂ ਨੂੰ ਨਿਰਧਾਰਿਤ ਕਰਦੇ ਹੋਏ ਵਿਰੇਚਨ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਯੂਨਾਨੀ ਦਾਰਸ਼ਨਿਕ ਅਰਸਤੂ ਨੇ ਕੀਤਾ। ਪਾਠਕਾਂ ਜਾਂ ਦਰਸ਼ਕ ਦੇ ਮਨ ਉੱਤੇ ਦੁਖਾਂਤ ਦਾ ਜਿਹੜਾ ਪ੍ਰਭਾਵ ਪੈਂਦਾ ਹੈ, ਉਸ ਦੀ ਚਰਚਾ ਕਰਦੇ ਹੋਏ ਅਰਸਤੂ ਨੇ ਆਪਣੀ ਰਚਨਾ ਪੋਇਟਿਕਸ ਵਿੱਚ ਲਿਖਿਆ ਸੀ ਕਿ ਦੁਖਾਂਤ ਦੀ ਕਿਰਿਆ ਦਰਿਆ ਅਤੇ ਡਰ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਕੇ ਸਾਡੀਆਂ ਦਇਆ ਅਤੇ ਡਰ ਦੀਆਂ ਭਾਵਨਾਵਾਂ ਦਾ ਨਿਕਾਸ ਕਰਦੀ ਹੈ। ਪੋਇਟਿਕਸ ਵਿੱਚ ਦਇਆ ਅਤੇ ਡਰ ਦੀ ਕੋਈ ਹੋਰ ਵਿਸਥਾਰਪੂਰਵਕ ਪਰਿਭਾਸ਼ਾ ਨਹੀਂ ਦਿੱਤੀ ਗਈ। ਉਸ ਦੀ ਪੁਸਤਕ ਰਾਜਨੀਤੀ ਪੋਲੀਟਿਕਸ ਵਿੱਚੋਂ ਵਿਦਵਾਨਾਂ ਨੇ ਕਥਾਰਸਿਸ ਬਾਰੇ ਵਿਚਾਰਾਂ ਪੇਸ਼ ਕਰਨ ਦਾ ਯਤਨ ਕੀਤਾ ਹੈ, ਪਰ ਅਸਲ ਕਥਾਰਸਿਸ ਕੀ ਹੈ, ਇਹ ਹੁਣ ਤੱਕ ਵਾਦ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਕਥਾਰਸਿਸ ਦਾ ਸਿਧਾਂਤ ਪੇਸ਼ ਕਰਕੇ ਅਰਸਤੂ ਨੇ ਪਲੇਟੋ ਦੇ ਇਸ ਵਿਚਾਰ ਦਾ ਖੰਡਨ ਕੀਤਾ ਕਿ ਕਵਿਤਾ ਕੋਝੀਆਂ ਭਾਵਨਾਵਾਂ ਨੂੰ ਉਤੇਜਿਤ ਕਰਕੇ ਨੈਤਿਕ ਪੱਧਰ ਨੂੰ ਕਮਜ਼ੋਰ ਕਰਦੀ ਹੈ। ਕਥਾਰਸਿਸ ਸਿਧਾਂਤ ਦੀ ਵਿਚਾਰਧਾਰਾ ਨੇ ਦੋ ਤਰ੍ਹਾਂ ਦੀ ਸੇਧ ਅਪਣਾਈ ਹੈ। ਪਹਿਲੀ ਇਹ ਕਿ ਅਰਸਤੂ ਦਾ ਭਾਵ ਕੀ ਸੀ, ਅਤੇ ਦੂਜੀ ਇਹ ਕਿ ਦੁਖਾਂਤ ਅਤੇ ਦੂਜੇ ਕਾਵਿ ਰੂਪਾਂ ਦੇ ਕਰਤੱਵ ਦੀ ਵਿਆਖਿਆ ਵਿੱਚ ਇਸ ਸਿਧਾਂਤ ਦਾ ਕੀ ਫਾਇਦਾ ਹੈ। ਅਰਸਤੂ ਦੇ ਇਸ ਸਿਧਾਂਤ ਦੀ ਵਿਆਖਿਆ ਹਰ ਕਾਲ ਦੀਆਂ ਸਮਕਾਲੀ ਭਾਵਨਾਵਾਂ ਦਾ ਪ੍ਰਗਟਾਅ ਹੈ। ਇਸ ਲਈ ਵਿਚਾਰਾਂ ਦੇ ਇਤਿਹਾਸ ਵਿੱਚ ਇਸ ਦਾ ਖਾਸ ਮਹੱਤਵ ਹੈ ਅਤੇ ਇਹ ਸੌਂਦਰਯ ਅਤੇ ਲਲਿਤ ਵਿਗਿਆਨ ਦੇ ਵੱਖ-ਵੱਖ ਸਿਧਾਂਤਾਂ ਦਾ ਆਧਾਰ ਬਣਿਆ ਹੈ। 16ਵੀਂ ਅਤੇ 17ਵੀਂ ਸਦੀ ਵਿੱਚ ਇਸ ਸਿਧਾਂਤ ਦੀ ਤਿੰਨ ਪੱਖੀ ਵਿਆਖਿਆ ਕੀਤੀ ਗਈ। ਰੋਬਰਟੈਲੀ, ਕੈਸਟੈਲਵੈਟਰੋ, ਹੀਨਸੀਅਸ ਅਤੇ ਵੋਸੀਅਸ ਦੇ ਵਿਚਾਰਾਂ ਅਨੁਸਾਰ ਦੁਖਾਂਤ ਸੰਤਾਪ ਅਤੇ ਹਿੰਸਾ ਦੇ ਦ੍ਰਿਸ਼ ਪੇਸ਼ ਕਰਕੇ ਪਾਠਕਾਂ ਅਤੇ ਦਰਸ਼ਕਾਂ ਦੇ ਦਿਲਾਂ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਉਹ ਸੰਤਾਪੀ ਜੀਵਨ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਕੋਰਨੀਲ ਅਨੁਸਾਰ ਦੁਖਾਂਤਕ ਦਇਆ ਦਰਸ਼ਕ ਨੂੰ ਆਪਣੇ ਭਲੇ ਅਤੇ ਬਚਾਓ ਲਈ ਸੋਚਣ ਲਈ ਪ੍ਰੇਰਿਤ ਕਰਦੀ ਹੈ ਅਤੇ ਉਹ ਆਪਣੇ ਵਿੱਚੋਂ ਦੁਖਾਂਤਕ ਨਾਇਕ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ। ਤੀਜਾ ਵਿਚਾਰ ਹੈਮਿਓਪੈਥੀ ਦੇ ਸਿਧਾਂਤ ਨਾਲ ਸੰਬੰਧ ਰੱਖਦਾ ਹੈ। ਮਿਨਟੁਰਨੋ ਅਤੇ ਮਿਲਟਨ ਇਸ ਵਿਚਾਰ ਦੇ ਵਿਸ਼ੇਸ਼ ਅਨੁਯਾਈ ਹਨ। ਇਸ ਸਿਧਾਂਤ ਅਨੁਸਾਰ ਜਿਵੇਂ ਕੰਡੇ ਨਾਲ ਸਰੀਰ ਵਿੱਚੋਂ ਕੰਡੇ ਨੂੰ ਕੱਢਿਆ ਜਾਂਦਾ ਹੈ, ਜਿਵੇਂ ਜ਼ਹਿਰ ਨਾਲ ਜ਼ਹਿਰ ਮਰਦੀ ਹੈ, ਤਿਵੇਂ ਹੀ ਡਰ ਅਤੇ ਦਇਆ ਦੀ ਭਾਵਨਾ ਨਾਲ ਡਰ ਅਤੇ ਦਇਆ ਦਾ ਨਿਕਾਸ ਹੁੰਦਾ ਹੈ। ਪੈਰਾਡਾਈਜ਼ ਲੋਸਟ ਅਤੇ ਸੈਮਸਨ ਅਗੋਨਿਸਟਿਸ ਦੀਆਂ ਅੰਤਲੀਆਂ ਸੰਤਰਾਂ ਵਿੱਚ ਇਸ ਸਿਧਾਂਤ 'ਤੇ ਹੀ ਲਿਖੀਆਂ ਗਈਆਂ ਹਨ। ਸ਼ੇਕਸਪੀਅਰ ਦੇ ਸਾਰੇ ਦੁਖਾਂਤ ਇਸ ਸਿਧਾਂਤ ਨੂੰ ਪੇਸ਼ ਕਰਦੇ ਹਨ। 18ਵੀਂ ਸਦੀ ਈਸਵੀ ਵਿੱਚ ਲੈਸਿੰਗ ਨੇ ਇਸ ਸਿਧਾਂਤ ਨੂੰ ਭਾਵਨਾਵਾਂ ਦੇ ਸ਼ੁੱਧੀਕਰਨ ਦੇ ਅਰਥਾਂ ਵਿੱਚ ਵਰਤਿਆ। ਉਸ ਅਨੁਸਾਰ ਦੁਖਾਂਤ ਭਾਵਾਂ ਨੂੰ ਸੰਤੁਲਿਤ ਕਰਦਾ ਹੈ। ਇਸੇ ਕਾਲ ਦੇ ਹੋਰ ਆਲੋਚਕ ਕੈਥਾਰਸਿਸ ਨੂੰ ਉਦਾਰੀਕਰਨ ਦੇ ਭਾਵ ਵਿੱਚ ਪ੍ਰਯੋਗ ਕਰਦੇ ਹਨ। ਇਹਨਾਂ ਨੇ ਕਥਾਰਸਿਸ ਦੇ ਸ਼ਾਬਦਿਕ ਅਰਥ ਸਾਫ਼ ਕਰਨਾ, ਸ਼ੁੱਧ ਕਰਨਾ ਅਤੇ ਚੁਣਨ ਦੀ ਕਿਰਿਆ ਨੂੰ ਅਤੇ ਹਿਕਮਤ ਨੇ ਇਸ ਮੱਤ ਨੂੰ ਆਧਾਰ ਬਣਾਇਆ ਹੈ ਕਿ ਜਿਸਮ ਵਿੱਚੋਂ ਉਸ ਚੀਜ਼ ਦਾ ਨਿਕਾਸ ਕੀਤੇ ਜਾਣ ਦੀ ਲੋੜ ਹੈ ਜਿਹੜੀ ਜ਼ਰੂਰਤ ਤੋਂ ਵੱਧ ਹੋਵੇ। ਆਧੁਨਿਕ ਮਨੋਵਿਸ਼ਲੇਸ਼ਣ ਜਿਸ ਅਨੁਸਾਰ ਦੱਬੀਆਂ ਹੋਈਆਂ ਭਾਵਨਾਵਾਂ ਦਾ ਨਿਕਾਸ ਜ਼ਰੂਰੀ ਹੈ, ਇਸ ਦੇ ਕਾਫੀ ਨੇੜੇ ਹੈ। ਕਰੋਚੇ ਅਨੁਸਾਰ ਕਰੁਣਾ ਰਸ ਸਾਹਿਤਕ ਆਨੰਦ ਨੂੰ ਵਧਾਉਂਦਾ ਹੈ। ਗੈਟੇ ਅਨੁਸਾਰ
ਇਹ ਪ੍ਰਭਾਵ ਅਭਿਨੇਤਾ ਦੇ ਮਨ 'ਤੇ ਪੈਂਦਾ ਹੈ। ਲੈਸਿੰਗ ਪਾਠਕ ਅਤੇ ਦਰਸ਼ਕ ਦੋਹਾਂ ਨੂੰ ਇਸ ਤੋਂ ਪ੍ਰਭਾਵਿਤ ਹੁੰਦੇ ਮੰਨਦਾ ਹੈ। ਬੁਚਰ ਅਤੇ I.A. ਰਿਚਰਡਜ਼ ਅਨੁਸਾਰ ਜੀਵਨ ਦੀਆਂ ਪ੍ਰਤੱਖ ਅਨੁਭੂਤੀਆਂ ਜਿਹੜੀਆਂ ਦੁਖਦਾਇਕ ਹਨ ਨੂੰ ਦੂਰ ਕਰਨ ਦੀ ਕਿਰਿਆ ਕਥਾਰਸਿਸ ਹੈ। ਪੁਰਾਤਨ ਭਾਰਤੀ ਸਾਹਿਤ ਵਿੱਚ ਦੁਖਾਂਤ ਦੀ ਅਣਹੋਂਦ ਸੀ। ਇਸ ਕਰਕੇ ਇੱਥੇ ਵਿਰੇਚਨ ਸਿਧਾਂਤ ਦੀ ਵਿਚਾਰਧਾਰਾ ਦੀ ਕੋਈ ਪ੍ਰਣਾਲੀ ਨਹੀਂ ਚੱਲੀ। ਪਰ ਆਧੁਨਿਕ ਨਾਟਕਾਂ ਵਿੱਚ ਸ਼ੇਕਸਪੀਅਰ ਅਤੇ ਸਿੰਘ ਦੇ ਨਾਟਕੀ ਵਿਰੇਚਨ ਨੂੰ ਭਾਰਤੀ ਲੇਖਕਾਂ ਨੇ ਪੇਸ਼ ਕੀਤਾ ਹੈ। ਬਲਵੰਤ ਗਾਰਗੀ ਦਾ ਨਾਟਕ ਬੇਬੇ, ਆਹੂਜਾ ਦਾ ਨਾਟਕ ਜ਼ੋਹਰ, ਹਰਚਰਨ ਸਿੰਘ ਦਾ ਨਾਟਕ ਅਣਜੋੜ ਜਿੱਥੇ ਸ਼ੇਕਸਪੀਅਰ ਦੇ ਵਿਰੇਚਨ ਸਿਧਾਂਤ ਨੂੰ ਅਪਣਾਉਂਦੇ ਹਨ, ਉੱਥੇ ਵਿਚਸਨ ਵਾਂਗ ਆਧੁਨਿਕ ਯਥਾਰਥਵਾਦੀ ਨਾਟਕਕਾਰਾਂ ਨੇ ਇਸ ਨਿਕਾਸ ਸਿਧਾਂਤ ਨੂੰ ਛੱਡ ਕੇ ਉਤਸੁਕਤਾਪੂਰਨ ਅਸੰਤੁਲਿਤ ਨਾਟਕੀ ਅੰਤ ਪ੍ਰਦਾਨ ਕੀਤਾ ਹੈ। ਸੰਤ ਸਿੰਘ ਸੇਖੋਂ ਅਤੇ ਸੁਰਜੀਤ ਸਿੰਘ ਸੇਠੀ ਇਸ ਵਿਚਾਰ ਦੇ ਵਿਸ਼ੇਸ਼ ਅਨੁਯਾਈ ਹਨ। ਤੀਸਰਾ, ਕਲਾਸਕਵਾਦ। ਕਲਾਸਕਵਾਦ ਕੀ ਹੁੰਦਾ ਹੈ? ਇਸ ਦੇ ਲੱਛਣ ਦੱਸੋ। ਕਲਾਸਕਵਾਦ ਅੰਗਰੇਜ਼ੀ ਸ਼ਬਦ ਕਲਾਸਿਜ਼ਮ ਤੋਂ ਵਿਕਸਿਤ ਹੋਇਆ ਹੈ। ਪੰਜਾਬੀ ਅਤੇ ਹਿੰਦੀ ਵਿੱਚ ਇਸ ਨੂੰ ਸਨਾਤਨਵਾਦ ਵੀ ਕਹਿੰਦੇ ਹਨ। ਇਸ ਭਾਵ ਦੇ ਹੋਰ ਸ਼ਬਦ ਪਰੰਪਰਾਵਾਦ, ਪ੍ਰਾਚੀਨਵਾਦ ਅਤੇ ਸ਼ਾਸਤਰੀਅਤਾ ਹਨ, ਪਰ ਇਹ ਕਲਾਸਕਵਾਦ ਦੇ ਅਸਲ ਭਾਵ ਨੂੰ ਪ੍ਰਗਟ ਕਰਨ ਤੋਂ ਅਸਮਰਥ ਹਨ। ਪ੍ਰਾਚੀਨ ਕਾਲ ਵਿੱਚ ਰੋਮਨ ਸਮਾਜ 5 ਵਰਗਾਂ ਵਿੱਚ ਵੰਡਿਆ ਹੋਇਆ ਸੀ ਤੇ ਇਹਨਾਂ 5 ਵਿੱਚ ਉੱਚਤਮ ਨੂੰ ਕਲਾਸਿਕਸ ਸ਼ਬਦ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸ਼ਬਦ ਨੂੰ ਯੂਨਾਨੀ ਵਿਆਕਰਨਕਾਰ ਔਲਸ ਗੈਲੀਅਸ ਨੇ 2ਵੀਂ ਸਦੀ ਈਸਵੀ ਵਿੱਚ ਪਹਿਲੀ ਵਾਰੀ ਸ਼੍ਰੇਸ਼ਟ ਲੋਕਾਂ ਲਈ ਲਿਖੀਆਂ ਗਈਆਂ ਪੁਸਤਕਾਂ ਦੇ ਅਰਥ ਵਿੱਚ ਲਿਆ। ਸਮਾਂ ਪਾ ਕੇ ਇਸ ਦਾ ਭਾਵ ਲੋਕਾਂ ਦੇ ਸ਼੍ਰੇਸ਼ਟ ਵਰਗਾਂ ਲਈ ਕੀਤੀ ਗਈ ਰਚਨਾ ਤੋਂ ਹਟਾ ਕੇ ਸਾਹਿਤਕ ਗੁਣਾਂ ਵਾਲੀ ਉਤਕ੍ਰਿਸ਼ਟ ਰਚਨਾ ਹੋ ਗਿਆ। 6ਵੀਂ ਸਦੀ ਈਸਵੀ ਵਿੱਚ ਇਹ ਸ਼ਬਦ ਪਾਠਸ਼ਾਲਾ ਵਿੱਚ ਪੜ੍ਹਾਈ ਜਾਣ ਵਾਲੀ ਜਮਾਤ ਨਾਲ ਜੁੜ ਗਿਆ। ਇਸ ਤੋਂ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਕਲਾਸ ਵਿੱਚ ਕੇਵਲ ਉਹੀ ਲੇਖਕ ਤੇ ਉਹੀ ਗ੍ਰੰਥ ਪੜ੍ਹਾਇਆ ਜਾਂਦਾ ਸੀ ਜੋ ਹਰ ਪੱਖੋਂ ਸ਼੍ਰੇਸ਼ਟ ਤੇ ਪ੍ਰਮਾਣਿਕ ਹੋਵੇ। ਇਸ ਲਈ ਇਸ ਦਾ ਤੀਜਾ ਅਰਥ ਪ੍ਰਮਾਣਿਕ ਰਚਨਾ ਹੋ ਗਿਆ। ਕਲਾਸਿਜ਼ਮ ਦਾ ਚੌਥਾ ਅਤੇ ਵਿਸ਼ੇਸ਼ ਅਰਥ ਸਾਹਿਤ ਸਿਰਜਣ ਵਿੱਚ ਪੁਰਾਤਨ ਯੂਨਾਨੀ ਤੇ ਰੋਮ ਲੇਖਕਾਂ ਦੇ ਅਨੁਸਰਨ ਦਾ ਹੈ। ਅਰਥਾਂ ਵਿੱਚ ਇਹ ਤਬਦੀਲੀ 17ਵੀਂ ਸਦੀ ਵਿੱਚ ਆਈ ਜਦੋਂ ਲੋਕਾਂ ਵਿੱਚ ਅਨੁਕਰਨਯੋਗ ਆਦਰਸ਼ ਮਾਡਲਾਂ ਅਤੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਯੋਗ ਪ੍ਰਮਾਣਿਕ ਪੁਸਤਕਾਂ ਦੇ ਰੂਪ ਵਿੱਚ ਯੂਨਾਨ ਤੇ ਰੋਮ ਦੇ ਪੁਰਾਤਨ ਲੇਖਕਾਂ ਦੀ ਥਾਂ ਚੰਗੀ ਤਰ੍ਹਾਂ ਬਣ ਗਈ। ਇਹ ਗੱਲ ਕਲਾਸਿਜ਼ਮ ਦੇ ਉਪਰੋਕਤ ਤਿੰਨਾਂ ਅਰਥਾਂ ਉਤਕ੍ਰਿਸ਼ਟ ਰਚਨਾ, ਸਕੂਲੀ ਪਾਠ ਪੁਸਤਕਾਂ ਅਤੇ ਪ੍ਰਮਾਣਿਕ ਰਚਨਾ ਦੇ ਮਿਲਵੇਂ ਪ੍ਰਭਾਵ ਕਾਰਨ ਹੋਈ। ਕੁਝ ਸਮੇਂ ਮਗਰੋਂ ਯੂਨਾਨੀ ਤੇ ਰੋਮਨ ਲੇਖਕਾਂ ਦੇ ਅਨੁਸ਼ਾਸਨ ਵਾਲੇ ਇਸ ਵਿਸ਼ੇਸ਼ ਅਰਥ ਦੇ ਅੱਗੋਂ ਦੋ ਪਸਾਰ ਹੋ ਗਏ, ਇੱਕ ਵਿਸ਼ਿਆਂ ਦੇ ਅਨੁਸਰਨ ਦਾ ਤੇ ਦੂਜਾ ਰੂਪਾਂ ਤੇ ਕਲਾ ਵਿਧੀਆਂ ਦੇ ਅਨੁਸਰਨ ਦਾ। ਇਸ ਪ੍ਰਕਿਰਿਆ ਵਿੱਚ ਰੋਮਾਂਸਵਾਦ ਇਸ ਦੇ ਵਿਰੋਧ ਵਿੱਚ ਉੱਠਿਆ, ਜਿਸ ਨੇ ਇਸ ਨੂੰ ਮਧੋਲਿਆ ਵੀ ਤੇ ਉਤੇਜਨਾ ਵੀ ਦਿੱਤੀ। ਫਲਸਰੂਪ ਕਲਾਸਕਵਾਦ ਬਨਾਮ ਰੋਮਾਂਸਵਾਦ ਇਸ ਦਾ 5ਵਾਂ ਪਸਾਰ ਆਰੰਭ ਹੋਇਆ ਅਤੇ ਇਹ ਇੰਨਾ ਮਹੱਤਵਪੂਰਨ ਹੋ ਗਿਆ ਕਿ ਕਲਾਸਕਵਾਦ ਦਾ ਕੋਈ ਵੀ ਅਧਿਐਨ ਰੋਮਾਂਸਵਾਦ ਨੂੰ ਸਾਹਮਣੇ ਰੱਖੇ ਬਗੈਰ ਨਹੀਂ ਹੋ ਸਕਦਾ। ਕਿਸੇ ਵੀ ਕਲਾਕ੍ਰਿਤ ਪਿੱਛੇ ਟੁੰਬ ਅਤੇ ਉਸ ਦਾ ਪ੍ਰਗਟਾ ਘੱਟ ਨਹੀਂ ਹੋ ਸਕਦਾ। ਤਰਕਸ਼ੀਲ ਹੋ ਸਕਦਾ ਹੈ, ਤਰਕਹੀਨ ਜਾਂ ਭਾਵੁਕ ਨਹੀਂ। ਸਿਰਜਨਾਤਮਕ ਕਿਰਿਆ ਨਾਲ ਸੰਬੰਧਿਤ ਇਸ ਪ੍ਰਪੰਚ ਦੀਆਂ 4 ਮੁੱਖ ਹਾਲਤਾਂ ਮੰਨੀਆਂ ਜਾਂਦੀਆਂ ਹਨ। ਪਹਿਲੀ, ਜਿਸ ਵਿੱਚ ਕਲਾਕ੍ਰਿਤ ਪਿੱਛੇ ਕੰਮ ਕਰਦੀਆਂ ਟੁੰਬ ਅਤੇ ਪ੍ਰਗਟਾ ਦੋਵੇਂ ਤਾਰਕਿਕ ਹੋਣ। ਇਸ ਸਥਿਤੀ ਵਿੱਚ ਕਿਰਤ ਵਿਗਿਆਨ ਦੇ ਘੇਰੇ ਦੀ ਹੋ ਨਿਬੜਦੀ ਹੈ। ਦੂਜੀ, ਜਦੋਂ ਟੁੰਬ ਤਾਂ ਹਾਰਦਿਕ ਹੋਵੇ ਪਰ ਪ੍ਰਗਟਾ ਭਾਵੁਕ ਹੋ ਜਾਵੇ। ਇਸ ਸੂਰਤ ਵਿੱਚ ਕਲਾਕਿਰਤ ਦੰਭੀ ਕਲਾ ਦੇ ਘੇਰੇ ਵਿੱਚ ਪਹੁੰਚ ਜਾਵੇਗੀ।
ਤੀਜੀ, ਜਦੋਂ ਕਲਾ ਦੇ ਪਿੱਛੇ ਟੁੰਬ ਤਾਂ ਭਾਵਨਾਤਮਕ ਹੋਵੇ ਪਰ ਉਸ ਦਾ ਪ੍ਰਗਟਾਅ ਤਾਰਕਿਕ ਹੋਵੇ। ਇਸ ਹਾਲਤ ਵਿੱਚ ਕਿਰਤ ਕਲਾਸੀਕਲ ਹੋ ਜਾਵੇਗੀ। ਚੌਥੀ, ਜਦੋਂ ਟੁੰਬ ਭਾਵੁਕ ਹੋਵੇ ਤੇ ਪ੍ਰਗਟਾਅ ਵੀ ਭਾਵੁਕ ਹੋਵੇ ਤਾਂ ਕਿਰਤ ਰੋਮਾਂਟਿਕ ਹੋ ਜਾਵੇਗੀ। ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਕਲਾਸਿਕਵਾਦੀ ਕਲਾ ਵਿੱਚ ਕਲਾਕਾਰ ਦੇ ਪ੍ਰਗਟਾਅ ਢੰਗ ਉੱਪਰ ਤਰਕ ਦਾ ਕੁੰਡਾ ਹੋਣਾ ਜ਼ਰੂਰੀ ਹੈ। ਇਸ ਨੂੰ ਨਿਯਮਬੱਧਤਾ ਦਾ ਨਾਂ ਦਿੱਤਾ ਜਾਂਦਾ ਹੈ। ਹੈਲੀਡੇ ਨੇ ਇਸ ਨੂੰ ਕਲਾਸਿਕਵਾਦੀ ਆਤਮਾ ਮੰਨਿਆ ਹੈ। ਕਲਾਸਿਕਵਾਦੀ ਕਲਾ ਇਸ ਵਿੱਚ ਟੁੰਬ ਤਾਂ ਭਾਵੁਕ ਹੁੰਦੀ ਹੈ ਪਰ ਪ੍ਰਗਟਾਅ ਤਰਕਸ਼ੀਲ ਆਪਣੇ ਸਮੁੱਚੇ ਰੂਪ ਵਿੱਚ ਸੁੱਧ ਬੁੱਧ ਭਰੀ ਹੋਣ ਦਾ ਦਮ ਭਰਦੀ ਹੈ। ਸੁੱਧ ਬੁੱਧ ਜਾਂ ਸੰਜੀਦਗੀ ਦਾ ਇਹ ਗੁਣ ਸੋਚ, ਸਿਆਣਪ ਤੇ ਮਾਨਸਿਕ ਸੰਤੁਲਨ ਦਾ ਸੂਚਕ ਹੈ। ਰੋਮਾਂਸਵਾਦ ਵਿੱਚ ਇਸ ਦੇ ਉਲਟ ਖੁੱਲ੍ਹੀ ਛੁੱਟੀ ਮਿਲੀ ਹੁੰਦੀ ਹੈ। ਕਲਾਸਿਕਵਾਦ ਸੰਜੀਦਗੀ ਦਾ ਕੁੰਡਾ ਸਭ ਤੋਂ ਪਹਿਲਾਂ ਵਸਤੂ ਦੀ ਚੋਣ ਪ੍ਰਗਟ ਹੁੰਦਾ ਹੈ। ਯੂਨਾਨੀਆਂ ਦਾ ਵਿਚਾਰ ਸੀ ਕਿ ਸਵੀਕ੍ਰਿਤੀ ਪ੍ਰਾਪਤ ਮਹਾਨ ਵਿਸ਼ਾ ਚੁਣਨ ਨਾਲ ਕਲਾ ਵੀ ਮਹਾਨ ਹੋ ਨਿਬੜਦੀ ਹੈ। ਕਲਾਕਾਰ ਦੀ ਕਲਪਨਾ ਅਤੇ ਵਿਹਾਰ ਉੱਪਰ ਲਾਈ ਸੰਜੀਦਗੀ ਦੀ ਇਹ ਬੰਦਸ਼ ਕਲਾਸੀਕਲ ਲੇਖਕ ਨੂੰ ਰੂਪ, ਆਕਾਰ ਤੇ ਸਮੁੱਚੀ ਨੁਹਾਰ ਉੱਪਰ ਨਜ਼ਰ ਰੱਖਣ ਲਈ ਮਜਬੂਰ ਕਰਦੀ ਹੈ। ਇਸ ਦੇ ਉਲਟ ਰੋਮਾਂਸਵਾਦੀ ਕਲਾ ਕਿਰਤ ਦੀ ਸਮੁੱਚੀ ਨੁਹਾਰ ਨੂੰ ਧਿਆਨ ਵਿੱਚ ਨਹੀਂ ਰੱਖਦਾ। ਕਲਾਸਿਕਵਾਦੀ ਕਲਾ ਨੂੰ ਰੋਮਾਂਸਵਾਦ ਨਾਲੋਂ ਨਿਖੇੜਨ ਵਾਲਾ ਅੰਤਰਿਵ ਲੱਛਣ ਕਲਾਸੀਕਲ ਰਚਨਾਵਾਂ ਦਾ ਸਥਿਰਤਾ ਵਾਲਾ ਪ੍ਰਭਾਵ ਹੈ ਜੋ ਉਨ੍ਹਾਂ ਦੀ ਸਾਦਗੀ ਤੇ ਸਮਤਲ ਤੋਂ ਉਪਜਦਾ ਹੈ। ਇਸ ਦੇ ਉਲਟ ਰੋਮਾਂਸਵਾਦ ਗਰਮਾ ਗਰਮੀ ਅਤੇ ਬੇਕਰਾਰੀ ਦਾ ਪ੍ਰਭਾਵ ਪਾਉਂਦਾ ਹੈ। ਰੋਮਾਂਸਵਾਦੀ ਹਮੇਸ਼ਾ ਅਸਧਾਰਨ ਦੀ ਖੋਜ ਵਿੱਚ ਰਹਿੰਦਾ ਹੈ ਜੋ ਕਲਾਸਿਕਵਾਦੀ ਦਾ ਦਸਤੂਰ ਨਹੀਂ। ਕਲਾਸਿਕਵਾਦੀ ਕਲਾਕਾਰ ਲੰਮੇ ਸਮੇਂ ਤੋਂ ਸਵੀਕਾਰ ਹੋ ਚੁੱਕੇ ਮਾਧਿਅਮਾਂ ਦੀ ਵਰਤੋਂ ਕਰਦਾ ਹੈ ਤੇ ਨਵੇਂ ਪ੍ਰਯੋਗ ਨਹੀਂ ਕਰਦਾ। ਉਸ ਦਾ ਮਾਧਿਅਮ ਭਾਵਾਂ ਨੂੰ ਤਾਂ ਉਤੇਜਿਤ ਕਰਦਾ ਹੈ ਪਰ ਆਪੇ ਤੋਂ ਬਾਹਰ ਨਹੀਂ ਜਾਣ ਦਿੰਦਾ। ਪਰੰਤੂ ਰੋਮਾਂਸਵਾਦੀ ਆਪਣੇ ਮਾਧਿਅਮ ਦੇ ਨਵੇਂ, ਪੁਰਾਣੇ, ਸਧਾਰਨ ਤੇ ਅਸਧਾਰਨ ਗੁਣਾਂ ਨੂੰ ਪ੍ਰਭਾਵ ਦੀ ਤੀਬਰਤਾ ਲਈ ਵਰਤਦਾ ਹੈ। ਕਲਾਸੀਕਲ ਕਲਾ ਕਿਰਤ ਵਿੱਚ ਸਰਲਤਾ, ਸਪਸ਼ਟਤਾ ਤੇ ਰੂਪ ਦੀ ਪਰਪੱਕਤਾ ਦੇ ਗੁਣ ਹੁੰਦੇ ਹਨ। ਰੂਪ ਦੀ ਪਰਪੱਕਤਾ ਅੰਗਾਂ ਦੀ ਸੁਚੱਜੀ ਤਰਤੀਬ, ਬਣਦੇ, ਸੁਮਾਪਾ, ਯੋਗ ਸੁਮੇਲ ਤੇ ਉਗੜਵੇਂ ਸਮਤੋਲ ਤੋਂ ਉਪਜਦੀ ਹੈ। ਸ਼ਾਸਤਰੀ ਨਿਯਮਾਂ ਦੀ ਪਾਲਣਾ ਕਰਨਾ ਕਲਾਸਿਕਵਾਦ ਦਾ ਜ਼ਰੂਰੀ ਅੰਗ ਹੈ। ਇਹ ਚੀਜ਼ ਪ੍ਰਾਚੀਨ ਲੇਖਕਾਂ ਦੀ ਰੀਤੀ ਨੂੰ ਵਸਤੂ ਦੇ ਮਾਧਿਅਮ ਦੀ ਚੋਣ, ਉਹਨਾਂ ਦੀਆਂ ਰੂੜੀਆਂ ਨੂੰ ਨਿਭਾਉਣ, ਉਹਨਾਂ ਦੀਆਂ ਸੰਵੇਦਨਾਵਾਂ ਨੂੰ ਮਾਨਤਾ ਦੇਣ ਤੇ ਉਹਨਾਂ ਦੀਆਂ ਸ਼ੈਲੀਆਂ ਨੂੰ ਨਿਭਾਉਣ ਵਿੱਚ ਪ੍ਰਗਟ ਹੁੰਦੀ ਹੈ। ਇਹ ਕਲਾ ਕਿਰਤ ਨੂੰ ਸੰਜੀਦਾ ਬਣਾ ਕੇ ਉਸ ਵਿੱਚ ਵਿਵੇਕਸ਼ੀਲਤਾ ਦਾ ਗੁਣ ਭਰਦੀ ਹੈ ਤੇ ਉਸ ਨੂੰ ਕਲਾਸੀਕਲ ਨੁਹਾਰ ਦਿੰਦੀ ਹੈ ਤੇ ਇਸ ਵਿੱਚ ਗੌਰਵ ਭਰਦੀ ਹੈ। ਕਲਾਸਿਕਵਾਦ ਦਾ ਸਭ ਤੋਂ ਵੱਡਾ ਦੋਸ਼ ਇਸ ਦੀ ਬੇਲਚਕਤਾ ਹੈ। ਇਸ ਕਾਰਨ ਕਲਾ ਦੀ ਪ੍ਰਗਤੀ ਰੁਕ ਜਾਂਦੀ ਹੈ ਤੇ ਕਲਾ ਕਿਰਤ ਨਵੇਂ ਅੰਸ਼ਾਂ ਤੋਂ ਸੱਖਣੀ ਹੋਣ ਕਰਕੇ ਨੀਰਸ ਹੋ ਜਾਂਦੀ ਹੈ। ਇਸ ਦੇ ਬਾਵਜੂਦ ਵੀ ਇਹ ਕਹਿਣਾ ਕਿ ਇਹ ਵਾਦ ਹੁਣ ਆਪਣੀ ਸ਼ਕਤੀ ਗੁਆ ਚੁੱਕਾ ਹੈ, ਠੀਕ ਨਹੀਂ। ਇਹ ਸੁਚੇਤ ਜਾਂ ਅਚੇਤ ਰੂਪ ਵਿੱਚ ਕਲਾਕਾਰਾਂ ਉੱਪਰ ਆਪਣਾ ਪ੍ਰਭਾਵ ਕਾਇਮ ਰੱਖਦਾ ਹੈ। ਉੱਪਰ ਜਿਸ ਕਲਾਸਿਕਵਾਦ ਦਾ ਜ਼ਿਕਰ ਕੀਤਾ ਗਿਆ ਹੈ, ਇਹ ਵਿਸ਼ੇਸ਼ ਪ੍ਰਸਥਿਤੀਆਂ ਵਾਲੇ ਪੱਛਮ ਦੀ ਪੈਦਾਵਾਰ ਹੈ। ਇਸ ਦੇ ਨਿਯਮ ਹੂਬਹੂ ਭਾਰਤੀ ਕਲਾਸੀਕਲ ਰਚਨਾਵਾਂ ਉੱਪਰ ਲਾਗੂ ਨਹੀਂ ਹੋ ਸਕਦੇ। ਭਾਰਤੀ ਕਾਵਿ ਕਲਾ ਵਧੇਰੇ ਕਰਕੇ ਆਦਰਸ਼ਵਾਦੀ ਰਹੀ ਹੈ ਤੇ ਆਦਰਸ਼ਵਾਦ ਰੋਮਾਂਸਵਾਦੀ ਹੋਣ ਦਾ ਦਮ ਭਰਦਾ ਹੈ। ਫਿਰ ਇਸ ਵਿੱਚ ਮੌਜੂਦ ਪ੍ਰਾਸਰੀਰਕ ਅੰਸ਼ ਵੀ ਇਸ ਨੂੰ ਰੋਮਾਂਸਵਾਦ ਦੇ ਨੇੜੇ ਵੀ ਲਿਜਾਂਦਾ ਹੈ। ਇਸ ਪ੍ਰਕਾਰ ਇਹ ਵਿਸ਼ੇ ਦੇ ਪੱਖੋਂ ਰੋਮਾਂਸਵਾਦੀ ਝੁਕਾਅ ਵਾਲੀ ਹੈ ਪਰ ਰੂਪ ਦੇ ਪੱਖੋਂ ਆਧੁਨਿਕ ਕਾਲ ਤੱਕ ਪੂਰੀ ਤਰ੍ਹਾਂ ਕਲਾਸਿਕਵਾਦੀ ਰਹੀ ਹੈ। ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਅਸੀਂ ਪਿੱਛੇ ਜਿਹੇ ਹੀ ਪਰੰਪਰਾ ਦੀ ਕੈਦ ਤੋਂ ਮੁਕਤ ਹੋ ਕੇ ਨਵੇਂ-ਨਵੇਂ ਰੂਪ ਦੇ ਵਿਸ਼ੇ ਗ੍ਰਹਿਣ ਕਰਨ ਲੱਗੇ ਹਾਂ। ਉਂਝ ਸਾਡੇ ਕਲਾਕਾਰਾਂ ਦੀ ਬਹੁਤੀ ਰੁਚੀ ਸੁਤੰਤਰ ਹੋ ਕੇ ਵਿਚਰਨ ਦੀ ਹੀ ਹੈ। ਚੌਥਾ, ਰੋਮਾਂਸਵਾਦ। ਰੋਮਾਂਸਵਾਦ ਕੀ ਹੈ, ਚਰਚਾ ਕਰੋ। ਪਹਿਲਾਂ ਲਾਤੀਨੀ ਬੋਲੀ ਵਿੱਚੋਂ ਨਿਕਲੀਆਂ ਉਪਬੋਲੀਆਂ ਨੂੰ ਰੋਮਾਂਸ ਕਿਹਾ ਜਾਂਦਾ ਸੀ ਤੇ ਮਗਰੋਂ ਇਹਨਾਂ ਉਪਬੋਲੀਆਂ ਵਿੱਚ ਰਚੇ ਸਾਹਿਤ ਨੂੰ ਅਤੇ ਕਬੀਲਿਆਂ ਦੇ ਗੀਤਾਂ ਨੂੰ ਰੋਮਾਂਸ ਕਿਹਾ ਜਾਣ ਲੱਗਾ।
ਇਸ ਸਾਹਿਤ ਵਿੱਚ ਇਸ਼ਕ, ਯੁੱਧ, ਸੂਰਬੀਰਤਾ ਤੇ ਜਾਦੂ ਟੂਣੇ ਦੀਆਂ ਕਹਾਣੀਆਂ ਨੂੰ ਕਾਵਿ-ਬੱਧ ਕੀਤਾ ਗਿਆ। ਮੱਧਕਾਲ ਵਿੱਚ ਫਰਾਂਸ, ਸਪੇਨ, ਇੰਗਲੈਂਡ ਆਦਿ ਦੇਸ਼ਾਂ ਵਿੱਚ ਵੀ ਅਜਿਹਾ ਸਾਹਿਤ ਰਚਿਆ ਜਾਣ ਲੱਗਾ। ਹੌਲੀ-ਹੌਲੀ ਰੋਮਾਂਸ ਦਾ ਅੰਸ਼ ਸਾਰੀ ਦੁਨੀਆ ਦੇ ਸਾਹਿਤ ਵਿੱਚ ਫੈਲ ਗਿਆ। ਇਸ ਤਰ੍ਹਾਂ ਰੋਮਾਂਸਵਾਦ ਜਾਂ ਰੋਮਾਂਸਵਾਦ ਇੱਕ ਵਿਆਪਕ ਸਾਹਿਤਕ ਲਹਿਰ ਦੇ ਰੂਪ ਵਿੱਚ ਉੱਭਰਿਆ। ਮਨੁੱਖ ਜ਼ਿੰਦਗੀ ਵਿੱਚ ਇਕਸਾਰਤਾ ਦੀ ਥਾਂ ਬਹੁਸਾਰਤਾ ਚਾਹੁੰਦਾ ਹੈ। ਅਨੇਕਤਾ, ਵਿਚਿੱਤਰਤਾ ਆਦਿ ਨੂੰ ਮਾਣਨ ਲਈ ਕਈ ਵਾਰੀ ਉਹ ਯਥਾਰਥਕ ਸੰਸਾਰ ਤੋਂ ਪਲਾਇਨ ਕਰਕੇ ਕਾਲਪਨਿਕ ਸੰਸਾਰ ਵਿੱਚ ਜਾ ਵੱਸਦਾ ਹੈ ਤੇ ਉਸ ਲਈ ਉਹ ਵਧੇਰੇ ਸੁੰਦਰ ਤੇ ਦਿਲ ਖਿੱਚਵਾਂ ਹੁੰਦਾ ਹੈ। ਇਸ ਸੁੰਦਰਤਾ ਤੇ ਖਿੱਚ ਸਦਕਾ ਇਹੋ ਸੰਸਾਰ ਇੱਕ ਆਦਰਸ਼ਕ ਬਣ ਜਾਂਦਾ ਹੈ। ਸਾਹਿਤਕਾਰ ਆਜ਼ਾਦ ਹੋ ਕੇ ਇਸ ਸੰਸਾਰ ਵਿੱਚ ਵਿਚਰਦਾ ਹੈ ਤੇ ਆਪਣੇ ਵਿਅਕਤੀਗਤ ਤੇ ਕਾਲਪਨਿਕ ਸੰਸਾਰ ਦੀ ਅਭਿਵਿਅਕਤੀ ਵਿੱਚ ਕਈ ਵਾਰ ਉਹ ਸਾਹਿਤ ਦੇ ਸਥਾਪਿਤ ਨਿਯਮਾਂ ਤੋਂ ਬੇਪਰਵਾਹ ਹੋ ਜਾਂਦਾ ਹੈ। ਪਰੰਪਰਾਵਾਦ, ਪ੍ਰਾਚੀਨਵਾਦ ਜਾਂ ਕਲਾਸੀਕਲ ਸਾਹਿਤ ਇੱਕ ਪਾਸੇ ਸਥਾਪਿਤ ਨਿਯਮਾਂ ਦੇ ਦਾਅਵੇ ਹੇਠ ਸੀ ਤੇ ਦੂਜੇ ਪਾਸੇ ਸਦਾਚਾਰਿਕ ਸਿਧਾਂਤਾਂ ਦੇ ਅਧੀਨ ਰਹਿੰਦਾ ਸੀ। ਪਰ ਰੋਮਾਂਸਵਾਦ ਨੇ ਬੁੱਧੀ ਨਾਲੋਂ ਭਾਵਾਂ ਨੂੰ ਵਧੇਰੇ ਮਹੱਤਵ ਦਿੱਤਾ। ਪਰੰਪਰਾਵਾਦ ਦੀ ਸੁੰਦਰਤਾ ਉੱਤੇ ਬੌਧਿਕਤਾ ਅਤੇ ਕਲਾ ਕੌਸ਼ਲਤਾ ਦਾ ਗਿਲਾਫ ਚੜ੍ਹਿਆ ਹੋਇਆ ਸੀ, ਪਰ ਰੋਮਾਂਸਵਾਦ ਨੇ ਇਸ ਦੀ ਥਾਂ ਅਦਭੁਤਤਾ ਦਾ ਗਿਲਾਫ ਚੜ੍ਹਾ ਦਿੱਤਾ। ਰੋਮਾਂਸਵਾਦ ਨੇ ਪ੍ਰਾਸਰੀਰਕਤਾ, ਜਿੰਨਾਂ, ਪਰੀਆਂ, ਸੁਪਨਿਆਂ, ਜਾਦੂ ਟੂਣਿਆਂ ਆਦਿ ਦੀ ਖੁੱਲ੍ਹੀ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਪ੍ਰਕਿਰਤੀ ਪ੍ਰੇਮ, ਪ੍ਰਾਕ੍ਰਿਤਕ ਰਹੱਸਵਾਦ ਆਦਿ ਇਸ ਦੇ ਮਨਭਾਉਂਦੇ ਵਿਸ਼ੇ ਬਣੇ। ਰੋਮਾਂਸਵਾਦ ਉੱਤੇ ਬਹੁਤ ਸਾਰੇ ਦੋਸ਼ ਵੀ ਲਾਏ ਗਏ ਹਨ, ਜਿਵੇਂ ਇਸ ਦਾ ਨਿਪਟ ਵਿਅਕਤੀਵਾਦੀ ਹੋਣਾ, ਭਾਵ ਪ੍ਰਧਾਨ ਹੋਣਾ, ਅਦਭੁਤਤਾਪੂਰਨ ਤੇ ਪ੍ਰਾਸਰੀਰਕਤਾ ਪ੍ਰਧਾਨ ਹੋਣਾ ਆਦਿ। ਅੰਗਰੇਜ਼ੀ ਸਾਹਿਤ ਵਿੱਚ ਰੋਮਾਂਸਵਾਦ ਜਾਂ ਰੋਮਾਂਟਿਸਿਜ਼ਮ ਸ਼ਬਦ ਦੀ ਖਾਸ ਵਰਤੋਂ 19ਵੀਂ ਸਦੀ ਦੇ ਅੰਗਰੇਜ਼ੀ ਕਾਵਿ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਵਰਡਜ਼ਵਰਥ, ਕਾਲਰੇਜ, ਸ਼ੈਲੇ, ਕੀਟਸ, ਬਾਇਰਨ ਆਦਿ ਪ੍ਰਤਿਨਿਧਵ ਕਵੀ ਹਨ। ਰੋਮਾਂਸਵਾਦ ਦੇ ਪ੍ਰਮੁੱਖ ਲੱਛਣ ਹੇਠਾਂ ਲਿਖੇ ਹਨ: ਸੁਤੰਤਰਤਾ, ਸੁੰਦਰਤਾ, ਪ੍ਰਾਸਰੀਰਕਤਾ ਅਤੇ ਅਦਭੁਤਤਾ, ਪ੍ਰਾਕਿਰਤੀ ਚਿਤਰਣ। ਪੰਜਾਬੀ ਦਾ ਕਿੱਸਾ ਸਾਹਿਤ ਭਰਪੂਰ ਰੂਪ ਵਿੱਚ ਰੋਮਾਂਟਿਕ ਹੈ ਤੇ ਇਸ ਦਾ ਮੂਲ ਵਿਸ਼ਾ ਇਸ਼ਕ ਹੈ। ਦਮੋਦਰ ਦਾ ਕਿੱਸਾ ਹੀਰ ਰਾਂਝਾ ਪਰੰਪਰਾ ਤੋਂ ਵਿਦਰੋਹੀ ਹੋ ਕੇ ਲਿਖਿਆ ਗਿਆ ਪਹਿਲਾ ਰੋਮਾਂਸਿਕ ਕਿੱਸਾ ਹੈ। ਪਰ ਪੰਜਾਬੀ ਰੋਮਾਂਸਿਕ ਕਾਵਿ ਪਲਾਇਨਵਾਦੀ ਨਹੀਂ ਹਨ। ਪ੍ਰਗਤੀਵਾਦੀ ਸਾਹਿਤ ਨੇ ਤੇ ਮਗਰੋਂ ਪ੍ਰਯੋਗਸ਼ੀਲ ਲਹਿਰ ਨੇ ਰੋਮਾਂਸਵਾਦ ਨੂੰ ਜ਼ੋਰਦਾਰ ਸੱਟਾਂ ਮਾਰੀਆਂ। ਯਥਾਰਥਵਾਦ। ਯਥਾਰਥਵਾਦ ਕੀ ਹੁੰਦਾ ਹੈ? ਦਰਸ਼ਨ ਵਿੱਚ ਅਸਲਵਾਦ ਜਾਂ ਯਥਾਰਥਵਾਦ ਇੱਕ ਵਿਰੋਧਾਰਥੀ ਧਾਰਨਾ ਹੈ, ਜਿਹੜੀ ਦੋ ਪੱਧਤੀਆਂ ਵੱਲੋਂ ਭਿੰਨ-ਭਿੰਨ ਅਰਥਾਂ ਵਿੱਚ ਪੇਸ਼ ਕੀਤੀ ਜਾਂਦੀ ਹੈ। ਪਲੇਟੋ ਤੇ ਉਸ ਦੇ ਅਨੁਯਾਈ ਦਾਰਸ਼ਨਿਕਾਂ ਦਾ ਵਿਚਾਰ ਸੀ ਕਿ ਦਿਖਾਈ ਦੇਣ ਵਾਲੀ ਦੁਨੀਆ ਛਾਇਆ ਹੈ ਤੇ ਅਸਲ ਦੁਨੀਆ ਦੀ ਕੇਵਲ ਨਕਲ ਹੀ ਹੈ। ਦਿਖਾਵੇ ਦੇ ਇਸ ਪਦਾਰਥਕ ਸੰਸਾਰ ਤੋਂ ਪਰੇ ਮਨ, ਆਤਮਾ ਤੇ ਪਰਮਾਤਮਾ ਦਾ ਸੰਸਾਰ ਹੈ, ਜੋ ਕਿ ਅਸਲ ਸੱਚ ਹੈ ਤੇ ਬਾਕੀ ਸਭ ਮਿੱਥਿਆ ਹੈ। ਯਥਾਰਥਵਾਦ ਦਾ ਦੂਜਾ ਵਿਚਾਰ ਆਧੁਨਿਕ ਹੈ, ਜਿਸ ਅਨੁਸਾਰ ਦਿਖਾਵੇ ਦਾ ਸੰਸਾਰ ਹੀ ਯਥਾਰਥਵਾਦ ਹੈ। ਅਸਲਵਾਦ ਦਾ ਆਧੁਨਿਕ ਰੂਪ ਪੱਛਮ ਦੀ ਉਪਯੋਗਤਾਵਾਦ ਲਹਿਰ ਦੀ ਉਪਜ ਹੈ, ਜਿਸ ਦੇ ਅਨੁਯਾਈ ਪਲੇਟੋ ਦੇ ਅਸਲਵਾਦ ਨੂੰ ਆਦਰਸ਼ਵਾਦ ਕਰਾਰ ਦਿੰਦੇ ਹਨ। ਸਾਹਿਤ ਵਿੱਚ ਆਦਰਸ਼ਵਾਦ ਤੇ ਰੋਮਾਂਸਵਾਦ ਦੇ ਉਲਟ ਯਥਾਰਥਵਾਦ ਸ਼ਬਦ ਦਾ ਪ੍ਰਯੋਗ ਅਜਿਹੀਆਂ ਰਚਨਾਵਾਂ ਬਾਰੇ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਇਸ ਜੀਵਨ ਦਾ ਹੂਬਹੂ ਚਿਤਰਣ ਕੀਤਾ ਗਿਆ ਹੋਵੇ ਅਤੇ ਜਿਨ੍ਹਾਂ ਵਿੱਚ ਸਾਰੀ ਕਲਾ ਸਮੱਗਰੀ ਦਾ ਆਧਾਰ ਦੇਖਿਆ ਤੇ ਮਹਿਸੂਸ ਕੀਤਾ ਜਾਣ ਵਾਲਾ ਹੋਵੇ। ਯਥਾਰਥਵਾਦੀ ਕਲਾਕਾਰ ਪਾਤਰਾਂ ਤੇ ਘਟਨਾਵਾਂ ਨੂੰ ਆਪਣੀ ਕਲਪਨਾ ਰਾਹੀਂ ਆਦਰਸ਼ ਰੂਪ ਨਹੀਂ ਦਿੰਦਾ। ਆਧੁਨਿਕ ਸਾਹਿਤ ਵਿੱਚ ਯਥਾਰਥਵਾਦ ਨੇ ਜਰਮਨ ਦਾਰਸ਼ਨਿਕਾਂ ਲੈਸਿੰਗ ਤੇ ਹਰਡਰ
ਅਤੇ ਫਰਾਂਸੀਸੀ ਸਾਹਿਤਕ ਇਤਿਹਾਸਕਾਰ ਤੇਨ ਦੇ ਵਿਚਾਰਾਂ ਨਾਲ ਪ੍ਰਵੇਸ਼ ਕੀਤਾ। ਤੇਨ ਅਨੁਸਾਰ ਹਰੇਕ ਸਥਾਈ ਸਾਹਿਤਕ ਰਚਨਾ ਉੱਤੇ ਵਿਸ਼ੇਸ਼ ਵਰਗ, ਵਾਤਾਵਰਣ ਅਤੇ ਕਾਲ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਤੇਨ ਤੋਂ ਇੱਕ ਸਦੀ ਪਹਿਲਾਂ ਇਹੀ ਵਿਚਾਰ ਲੈਸਿੰਗ, ਹਰਡਰ ਤੇ ਹੇਗਲ ਨੇ ਪ੍ਰਗਟ ਕੀਤੇ ਸਨ। ਇੰਗਲੈਂਡ ਵਿੱਚ ਇਹਨਾਂ ਵਿਚਾਰਕਾਂ ਦੇ ਸਭ ਤੋਂ ਨਜ਼ਦੀਕੀ ਵਰਡਜ਼ਵਰਥ ਨੇ ਕੋਲਰਿਜ ਸਨ, ਜਿਨ੍ਹਾਂ ਨੇ ਲਿਰਿਕਲ ਬੈਲੇਡਜ਼ ਦੇ ਮੁੱਖ ਬੰਦ ਵਿੱਚ ਕਵਿਤਾ ਵਿੱਚ ਲੋਕ ਮੁਹਾਵਰਾ ਅਪਣਾਉਣ ਦੀ ਗੱਲ ਕੀਤੀ ਤਾਂ ਜੋ ਕਵਿਤਾ ਵਿੱਚ ਸਧਾਰਨ ਮਨੁੱਖ ਦੇ ਹਾਵ-ਭਾਵ ਪ੍ਰਗਟ ਕੀਤੇ ਜਾ ਸਕਣ। 19ਵੀਂ ਸਦੀ ਈਸਵੀ ਵਿੱਚ ਇਹਨਾਂ ਕਵੀਆਂ ਦੇ ਵਿਚਾਰ ਫਰਾਂਸੀਸੀ ਲੇਖਕਾਂ ਸੇਂਟ-ਬਿਊਵ ਤੇ ਬਾਦੇਲੇਅਰ, ਅਮਰੀਕਨ ਲੇਖਕ ਐਡਗਰ ਐਲਨ, ਜਰਮਨ ਲੇਖਕ ਸਟਾਈਲ ਨੇ ਅਪਣਾਏ। ਸਟਾਈਲ ਦਾ ਇਹ ਕਹਿਣਾ ਹੈ ਕਿ ਸਾਹਿਤ ਸਮਾਜ ਦਾ ਹੀ ਪ੍ਰਗਟਾਅ ਹੈ। ਹੁਣ ਤੱਕ ਯਥਾਰਥਵਾਦੀ ਲੇਖਕਾਂ ਦਾ ਮੂਲ ਮੰਤਰ ਬਣਿਆ ਹੋਇਆ ਹੈ। ਇਹ ਲੇਖਕ ਆਪਣੀਆਂ ਰਚਨਾਵਾਂ ਵਿੱਚ ਯਥਾਰਥ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮੋਟੇ ਤੌਰ 'ਤੇ ਇਹਨਾਂ ਵਿਧੀਆਂ ਦੀ ਵਰਤੋਂ ਕਰਦੇ ਹਨ। ਸਥਾਨਕ ਚਿੱਤਰ ਅਤੇ ਵਾਤਾਵਰਣ ਦੀ ਵਰਤੋਂ, ਸਮਕਾਲੀਨ ਘਟਨਾਵਾਂ ਅਤੇ ਰਿਵਾਜਾਂ ਦਾ ਵਰਣਨ, ਰਚਨਾਵਾਂ ਵਿੱਚ ਆਈਆਂ ਥਾਵਾਂ ਤੇ ਲੋਕਾਂ ਬਾਰੇ ਬਿਆਨ, ਉਪਭਾਸ਼ਾ ਦੀ ਖੁੱਲ੍ਹੀ ਵਰਤੋਂ ਆਦਿ। 19ਵੀਂ ਸਦੀ ਈਸਵੀ ਦੇ ਅੰਤ ਤੇ 20ਵੀਂ ਸਦੀ ਈਸਵੀ ਦੇ ਆਰੰਭ ਵਿੱਚ ਯੂਰਪੀ ਤੇ ਅਮਰੀਕੀ ਸਾਹਿਤ ਵਿੱਚ ਯਥਾਰਥਵਾਦ ਦਾ ਇੰਨਾ ਪਸਾਰ ਹੋਇਆ ਕਿ ਕੋਈ ਵੀ ਸਾਹਿਤਕਾਰ ਇਸ ਤੋਂ ਬਚਿਆ ਨਾ ਰਿਹਾ। ਇੰਗਲੈਂਡ ਵਿੱਚ ਡਿਕਨਜ਼, ਥੈਕਰੇ, ਹਾਰਡੀ, ਸੈਮੂਅਲ ਬਟਲਰ, ਆਰਨਲਡ ਬੈਨੇਟ, ਟਾਮਸ ਮੋਰ, ਫਰਾਂਸ ਵਿੱਚ ਵਿਕਟਰ ਹਿਊਗੋ, ਬਾਲਜ਼ਕ ਅਤੇ ਪਾਲ ਵੈਲਰੀ, ਰੂਸ ਵਿੱਚ ਤੁਰਗਨੀਫ, ਦੋਸਤੋਵਸਕੀ, ਟਾਲਸਤਾਈ ਅਤੇ ਚੈਖਵ, ਆਇਰਲੈਂਡ ਵਿੱਚ ਸਿੰਗ ਅਤੇ ਲੇਡੀ ਗ੍ਰੈਗਰੀ, ਡੈਨਮਾਰਕ ਵਿੱਚ ਇਬਸਨ ਅਤੇ ਅਮਰੀਕਾ ਵਿੱਚ ਵਾਲਟ ਵਿਟਮੈਨ ਤੇ ਐਮਰਸਨ ਨੇ ਯਥਾਰਥ ਦੇ ਇਸ ਸਿਧਾਂਤ ਦੀ ਪਾਲਣਾ ਕੀਤੀ। ਸਾਹਿਤ ਵਿੱਚ ਮਾਨਵ ਦੀ ਇਸ ਮਹੱਤਤਾ ਦਾ ਕਾਰਨ ਫਰਾਂਸ ਦਾ ਇਨਕਲਾਬ ਅਤੇ ਵਿਗਿਆਨਿਕ ਗਿਆਨ ਦਾ ਪਸਾਰ ਅਤੇ ਕਲਾ ਰਾਹੀਂ ਪਦਾਰਥਕ ਸੱਚਾਈ ਦੀ ਭਾਲ ਕਰਨਾ ਸੀ। ਡਾਰਵਿਨ ਦੇ ਵਿਕਾਸ ਸਿਧਾਂਤ ਅਤੇ ਫਰਾਇਡ ਤੇ ਐਡਲਰ ਦੇ ਮਨੋਵਿਗਿਆਨਿਕ ਸਿਧਾਂਤਾਂ ਨੇ ਯਥਾਰਥ ਦੇ ਰੂਪ ਨੂੰ ਬਦਲ ਦਿੱਤਾ। ਬਾਲਜ਼ਕ ਨੇ ਆਪਣੀ ਪੁਸਤਕ ਮਨੁੱਖੀ ਸੁਖਾਂਤ ਵਿੱਚ ਯਥਾਰਥਵਾਦੀ ਲਈ ਪ੍ਰਾਕਿਰਤਵਾਦ ਸ਼ਬਦ ਦੀ ਵਰਤੋਂ ਕੀਤੀ। ਉਸਨੇ ਆਪਣਾ ਉਦੇਸ਼ ਦੱਸਦਿਆਂ ਕਿਹਾ ਕਿ ਉਸਦਾ ਮੰਤਵ ਕੇਵਲ ਉੱਪਰਲੇ ਤਹਿ ਦੇ ਜੀਵਨ ਨੂੰ ਬਿਆਨ ਕਰਨਾ ਨਹੀਂ, ਸਗੋਂ ਉਸਦਾ ਯਥਾਰਥ ਮਰਦ ਇਸਤਰੀਆਂ ਵੱਲੋਂ ਪੈਦਾ ਕੀਤੇ ਹੋਏ ਵਾਤਾਵਰਣ ਅਤੇ ਅਦਿੱਖ ਸਮੱਸਿਆਵਾਂ ਦਾ ਡੂੰਘਾ ਅਧਿਐਨ ਪੇਸ਼ ਕਰਨਾ ਹੈ। ਸਮਾਜ ਵੱਲੋਂ ਕੋਝੀ, ਘਟੀਆ, ਗੰਦੀ, ਅਖਵਾਉਣ ਵਾਲੀ ਯਥਾਰਥਕਤਾ ਵੀ ਇਸ ਵਿੱਚ ਸ਼ਾਮਲ ਹੈ। ਫਰਾਂਸ ਵਿੱਚ ਇਹ ਲਹਿਰ ਬੜੇ ਜ਼ੋਰਾਂ 'ਤੇ ਚੱਲੀ। ਫਲਾਬੇਰ ਨੇ ਕਲਾਕਾਰ ਦੀ ਬਾਹਰਮੁਖੀ ਸੁਤੰਤਰਤਾ ਉੱਤੇ ਜ਼ੋਰ ਦਿੱਤਾ ਤੇ ਆਖਿਆ ਕਿ ਕਲਾਕਾਰ ਪਰਮਾਤਮਾ ਵਾਂਗ ਆਪਣੀ ਰਚਨਾ ਵਿੱਚ ਹਰੇਕ ਥਾਂ ਰਹੇ ਪਰ ਨਜ਼ਰ ਨਾ ਆਏ। ਫਲਾਬੇਦਾਰ ਦਾ ਉਪਨਿਆਸ ਮਦਾਨ ਬਵੇਰੀ ਅਤੇ ਬਾਦੇਲੇਅਰ ਦਾ ਕਾਵਿ ਸੰਗ੍ਰਹਿ ਦ ਫਲਾਵਰਜ਼ ਆਫ ਈਵਲ ਅਜਿਹੇ ਯਥਾਰਥ ਦੇ ਮੁੱਢਲੇ ਨਮੂਨੇ ਹਨ। ਜ਼ੋਲਾ, ਮੋਪਾਸਾਂ ਤੇ ਡਿਊਡੇ ਨੇ ਇਸ ਰੁਚੀ ਨੂੰ ਹੋਰ ਅੱਗੇ ਵਧਾਇਆ। ਯਥਾਰਥਵਾਦ ਦੀ ਇਹ ਧਾਰਾ ਮਾਨਵਵਾਦੀ, ਯਥਾਰਥਵਾਦੀ ਅਤੇ ਰਵਾਇਤੀ ਸਾਹਿਤਕ ਵਿਚਾਰਾਂ ਦੇ ਖਿਲਾਫ ਬਗਾਵਤ ਸੀ। ਇਹਨਾਂ ਲੇਖਕਾਂ ਨੇ ਸਮਾਜ ਵਿੱਚ ਸਦੀਆਂ ਤੋਂ ਚੱਲ ਰਹੇ ਗੰਦ ਨੂੰ ਫਰੋਲ ਕੇ ਲੋਕਾਂ ਸਾਹਮਣੇ ਪੇਸ਼ ਕੀਤਾ। ਮਨੁੱਖ ਦੀ ਪਸ਼ੂ ਬਿਰਤੀ ਤੇ ਉਸਦਾ ਸ਼ੈਤਾਨੀ ਪ੍ਰਗਟਾਅ, ਮਨੁੱਖ ਦੁਆਲੇ ਖਿਲਰਿਆ ਹੋਇਆ ਦਲਿੱਦਰ ਤੇ ਗੰਦ ਇਸ ਦੀਆਂ ਕਹਾਣੀਆਂ ਦੇ ਵਿਸ਼ੇ ਹਨ। ਮੰਗਤੇ, ਰੋਗੀ, ਸ਼ਰਾਬੀ, ਨੀਚ, ਲਾਲਚੀ, ਵੇਸ਼ਵਾਵਾਂ ਅਤੇ ਪਤਿਤ ਲੋਕ ਇਹਨਾਂ ਦੇ ਪਾਤਰ ਹਨ। ਇਹਨਾਂ ਵਿੱਚ ਨਿਰਾਸ਼ਾ ਤੇ ਬੌਧਿਕ ਅਸ਼ਾਂਤੀ ਹੈ। ਇਹਨਾਂ ਲੇਖਕਾਂ ਦਾ ਵਿਚਾਰ ਹੈ ਕਿ ਚੰਗਿਆਈ ਨੂੰ ਜਾਣਨ ਲਈ ਮੰਦਿਆਈ ਜਾਂ ਭੈੜ ਨੂੰ ਜਾਣਨਾ ਜ਼ਰੂਰੀ ਹੈ।
ਅੰਗਰੇਜ਼ੀ ਲੇਖਕ D.H. ਲਾਰੈਂਸ ਨੇ ਵੀ ਇਹੀ ਵਿਚਾਰ ਆਪਣੇ ਨਾਵਲਾਂ ਵਿੱਚ ਪੇਸ਼ ਕੀਤੇ ਹਨ ਤੇ ਕਾਮ ਵਾਸ਼ਨਾਵਾਂ ਦਾ ਨੰਗਾ ਤੇ ਖੁੱਲ੍ਹਾ ਪ੍ਰਗਟਾਵਾ ਕੀਤਾ। ਇਸ ਪ੍ਰਾਕਿਰਤਿਕਵਾਦੀ ਯਥਾਰਥ ਦਾ ਬਹੁਤ ਵਿਰੋਧ ਹੋਇਆ ਤੇ ਇਸ ਨੂੰ ਅਸਲਵਾਦ ਤੋਂ ਮੋੜਾ ਕਹਿ ਕੇ ਭੰਡਿਆ ਗਿਆ। ਇਸ ਪ੍ਰਤੀਕਰਮ ਦਾ ਸਭ ਤੋਂ ਵੱਡਾ ਕਾਰਨ ਮਾਰਕਸ ਦੇ ਸਮਾਜਵਾਦੀ ਸਿਧਾਂਤ ਦਾ ਵਿਆਪਕ ਪ੍ਰਚਾਰ ਸੀ। ਮਾਰਕਸ ਦੇ ਵਿਚਾਰਾਂ ਨੇ ਯੂਰਪ ਵਿੱਚ ਇੱਕ ਕ੍ਰਾਂਤੀ ਲਿਆਂਦੀ। ਰੂਸ ਵਿੱਚ ਪ੍ਰੋਲਤਾਰੀ ਵਰਗ ਦੀ ਤਾਕਤ ਕਾਇਮ ਹੋਣ ਨਾਲ ਬੌਧਿਕ ਸ਼੍ਰੇਣੀ ਨੇ ਪਹਿਲੀ ਵਾਰੀ ਪਰੰਪਰਾਗਤ ਮਨੁੱਖ ਤੇ ਸਮਾਜ ਦੀਆਂ ਢਹਿੰਦੀਆਂ ਕੀਮਤਾਂ ਨੂੰ ਅਨੁਭਵ ਕੀਤਾ ਤੇ ਉਹਨਾਂ ਨੇ ਅਨੁਭਵ ਕੀਤਾ ਕਿ ਆਕਾਂਸ਼ਾ ਵਾਲੇ ਅਦਿੱਖ ਆਦਰਸ਼ ਦੀ ਭਾਲ ਦੀ ਥਾਂ ਮਨੁੱਖ ਤੇ ਸਮਾਜਿਕ ਸ਼ਕਤੀ ਇਸ ਧਰਤੀ ਨੂੰ ਹੀ ਸਵਰਗ ਬਣਾ ਸਕਦੇ ਹਨ। ਜੇਰੋ ਅਨੁਸਾਰ ਪੂੰਜੀਪਤੀ ਸਮਾਜ ਦੇ ਪਤਨ ਨਾਲ ਇਹ ਸਾਬਤ ਹੋ ਗਿਆ ਕਿ ਆਦਰਸ਼ਵਾਦ ਵਿੱਚ ਯਥਾਰਥ ਅਤੇ ਚਿੰਤਨ ਵਿਚਕਾਰ ਕੋਈ ਸੰਬੰਧ ਨਹੀਂ ਰਹਿੰਦਾ, ਜਿਸ ਕਾਰਨ ਲੇਖਕ ਦੀ ਰਚਨਾ ਪ੍ਰਭਾਵਹੀਨ ਹੋ ਜਾਂਦੀ ਹੈ। ਸਮਾਜਵਾਦੀ ਯਥਾਰਥਵਾਦ ਅਨੁਸਾਰ ਲੇਖਕ ਨੂੰ ਵਿਅਕਤੀਗਤ ਅਧਿਐਨ ਦੀ ਥਾਂ ਸਮਾਜ ਨੂੰ ਦ੍ਰਿਸ਼ਟੀਗੋਚਰ ਕਰਨਾ ਚਾਹੀਦਾ ਹੈ। ਸੱਚਾਈ ਤੇ ਯਥਾਰਥ ਦੇ ਨਵੇਂ ਮਾਪਦੰਡ ਬਣੇ ਅਤੇ ਇਸ ਨੂੰ ਮਨੁੱਖ ਦਾ ਮਾਨਵਤਾਵਾਦ ਕਹਿ ਕੇ ਸੰਬੋਧਿਤ ਕੀਤਾ ਗਿਆ। ਅਸਲ ਵਿੱਚ ਸਮਾਜਵਾਦੀ ਯਥਾਰਥਵਾਦ ਦਾ ਹੀ ਬਦਲਿਆ ਹੋਇਆ ਰੂਪ ਹੈ। ਫਰਕ ਸਿਰਫ ਇਹ ਹੈ ਕਿ ਯਥਾਰਥਵਾਦ ਵਿੱਚ ਸਾਹਿਤ ਰਚਨਾ ਨਿਆਂਪੂਰਨ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ। ਸਮਾਜਵਾਦੀ ਯਥਾਰਥ ਵਿੱਚ ਇਸ ਨਿਰਪੱਖਤਾ ਦਾ ਪ੍ਰਯੋਗ ਕਿਰਤੀਆਂ ਤੇ ਕਾਮਿਆਂ ਨੂੰ ਵਿਦਰੋਹ ਕਰਨ ਦੀ ਪ੍ਰੇਰਨਾ ਲਈ ਕੀਤਾ ਗਿਆ ਹੈ। 1936 ਈਸਵੀ ਵਿੱਚ ਪੈਰਿਸ ਵਿੱਚ ਯੂਰਪੀ ਲੇਖਕਾਂ ਦੇ ਇੱਕ ਸੰਮੇਲਨ ਪਿੱਛੋਂ ਇਸ ਲਹਿਰ ਨੇ ਜ਼ੋਰ ਫੜਿਆ। ਰੂਸ ਦੇ ਲੇਖਕ ਮੈਕਸਿਮ ਗੋਰਕੀ, ਇਲਿਆ ਏਹਰਨਬਰਗ, ਅੰਗਰੇਜ਼ ਲੇਖਕ ਰੈਲਫ ਫੌਕਸ, ਕ੍ਰਿਸਟੋਫਰ ਕਾਰਡਵੇਲ, ਹੋਵਰਡ ਫਾਸਟ, ਸਟੀਫਨ ਸਪੈਂਡਰ, C.D. ਲੂਇਸ, ਫਰਾਂਸ ਵਿੱਚ ਲੂਈ ਆਰਗਨ, ਆਇਰਲੈਂਡ ਵਿੱਚ C.N. ਕੇਸੀ, ਚਿਲੀ ਵਿੱਚ ਪਾਬਲੇ ਨੇਰੂਦਾ ਅਤੇ ਤੁਰਕੀ ਵਿੱਚ ਨਾਜ਼ਿਮ ਹਿਕਮਤ ਪ੍ਰਸਿੱਧ ਸਮਾਜਵਾਦੀ ਲੇਖਕ ਤੇ ਆਲੋਚਕ ਮੰਨੇ ਗਏ ਹਨ। ਆਧੁਨਿਕ ਅਰਥਾਂ ਵਿੱਚ ਪੰਜਾਬੀ ਸਾਹਿਤ ਵਿੱਚ ਯਥਾਰਥਵਾਦ ਦਾ ਪ੍ਰਵੇਸ਼ ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਨਾਲ ਹੋਇਆ, ਜਿਸ ਨੇ ਆਇਰਲੈਂਡ ਦੇ ਯਥਾਰਥਵਾਦੀ ਨਾਟਕਕਾਰਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਨਾਟਕਾਂ ਵਿੱਚ ਪੰਜਾਬ ਦਾ ਅਸਲ ਰੂਪ ਪੇਸ਼ ਕੀਤਾ। ਸ਼ਰਧਾ ਰਾਮ ਫਲੋਰੀ ਨੇ ਆਪਣੀ ਪੁਸਤਕ ਪੰਜਾਬੀ ਬਾਤਚੀਤ ਵਿੱਚ ਲੋਕ ਮੁਹਾਵਰੇ ਰਾਹੀਂ ਪੰਜਾਬ ਦੀਆਂ ਰਸਮਾਂ ਰਿਵਾਜਾਂ ਉੱਤੇ ਚਾਨਣਾ ਪਾਇਆ। ਭਾਈ ਮੋਹਨ ਸਿੰਘ ਵੈਦ ਅਤੇ ਚਰਨ ਸਿੰਘ ਸ਼ਹੀਦ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜਿਕ ਕੁਰੀਤੀਆਂ ਵੱਲ ਧਿਆਨ ਦਿਵਾਇਆ। ਨਾਨਕ ਸਿੰਘ ਦੇ ਨਾਵਲਾਂ ਵਿੱਚ ਯਥਾਰਥ ਪ੍ਰਧਾਨ ਰਿਹਾ ਹੈ, ਪਰ ਇਸ ਸਮੇਂ ਲੇਖਕਾਂ ਦੀ ਰੁਚੀ ਸਮਾਜਿਕ ਸੁਧਾਰ ਕਰਨ ਵੱਲ ਸੀ। 1936 ਈਸਵੀ ਵਿੱਚ ਭਾਰਤ ਵਿੱਚ ਪ੍ਰਗਤੀਵਾਦੀ ਲਹਿਰ ਦਾ ਆਰੰਭ ਹੋਇਆ, ਜਿਸ ਦੇ ਪ੍ਰਭਾਵ ਹੇਠ ਪੰਜਾਬੀ ਲੇਖਕਾਂ ਨੇ ਸਮਾਜਵਾਦੀ ਯਥਾਰਥ ਅਤੇ ਪ੍ਰਾਕਿਰਤਿਕ ਯਥਾਰਥ ਦਾ ਮਿਸ਼ਰਣ ਆਪਣੀਆਂ ਰਚਨਾਵਾਂ ਵਿੱਚ ਅੰਕਿਤ ਕੀਤਾ। ਕਵਿਤਾ ਵਿੱਚ ਮੋਹਨ ਸਿੰਘ ਭਾਵਾ, ਬਲਵੰਤ ਸਿੰਘ, ਪ੍ਰੀਤਮ ਸਿੰਘ ਸਫੀਰ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਨਾਟਕ ਵਿੱਚ ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਨਾਵਲ ਵਿੱਚ ਸੁਰਿੰਦਰ ਸਿੰਘ ਨਰੂਲਾ, ਸੰਤ ਸਿੰਘ ਸੇਖੋਂ, ਅੰਮ੍ਰਿਤਾ ਪ੍ਰੀਤਮ ਅਤੇ ਜਸਵੰਤ ਸਿੰਘ ਕੰਵਲ, ਅਤੇ ਕਹਾਣੀ ਵਿੱਚ ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ ਪ੍ਰਸਿੱਧ ਯਥਾਰਥਵਾਦੀ ਲੇਖਕ ਹਨ। ਇਹਨਾਂ ਵਿੱਚੋਂ ਸੇਖੋਂ, ਸੁਜਾਨ ਸਿੰਘ ਅਤੇ ਜਸਵੰਤ ਸਿੰਘ ਕੰਵਲ ਸਮਾਜਵਾਦੀ ਯਥਾਰਥਵਾਦੀ ਹਨ। ਵਿਰਕ, ਅੰਮ੍ਰਿਤਾ ਪ੍ਰੀਤਮ ਅਤੇ ਸੰਤੋਖ ਸਿੰਘ ਧੀਰ ਨਿਰੋਲ ਯਥਾਰਥਵਾਦੀ ਹਨ। ਗਾਰਗੀ ਨੇ ਨਰੂਲਾ ਦਾ ਯਥਾਰਥ ਮਿਸ਼ਰਿਤ ਹੈ, ਪਰ ਕਰਤਾਰ ਸਿੰਘ ਦੁੱਗਲ ਦਾ ਯਥਾਰਥ ਪ੍ਰਾਕਿਰਤਿਕਵਾਦੀ ਅਤੇ ਮਨੋਵਿਗਿਆਨਿਕ ਯਥਾਰਥ ਦਾ ਮਿਸ਼ਰਣ ਪੇਸ਼ ਕਰਦਾ ਹੈ। 6ਵਾਂ ਪ੍ਰਤੀਕ। ਪ੍ਰਤੀਕ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ। ਪ੍ਰਤੀਕ ਕਿਸੇ ਅਦ੍ਰਿਸ਼ ਜਾਂ ਅਵਿਅਕਤ ਸੱਤਾ ਦਾ ਦ੍ਰਿਸ਼ ਅਤੇ ਵਿਅਕਤ ਰੂਪ ਹੈ। ਇਸ ਵਿੱਚ ਉਪਮੇ ਦੇ ਸਥਾਨ ਤੇ ਉਪਮਾਨ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਤੀਕਵਾਦ ਕਾਵਿ ਦਾ ਇੱਕ ਪ੍ਰਗਟਾ ਢੰਗ ਹੈ। ਇਸ ਵਿੱਚ ਪ੍ਰਤੀਕਾਂ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਿਕ ਤੇ ਭਾਵੁਕ
ਅਰਥ ਜਾਂ ਕੀਮਤਾਂ ਨੂੰ ਪ੍ਰਗਟ ਕੀਤਾ ਹੁੰਦਾ ਹੈ। ਦੁਸ਼ਹਿਰੇ ਦੇ ਅਵਸਰ 'ਤੇ ਰਾਵਣ ਦੇ ਪੁਤਲੇ ਉੱਤੇ 11ਵਾਂ ਸਿਰ ਜੋ ਖੋਤੇ ਦਾ ਹੁੰਦਾ ਹੈ, ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਰਾਵਣ 4 ਵੇਦਾਂ ਅਤੇ 6 ਸ਼ਾਸਤਰਾਂ ਦਾ ਵਿਦਵਾਨ ਹੁੰਦਾ ਹੋਇਆ ਵੀ ਖਰ ਦਿਮਾਗ ਸੀ। ਪ੍ਰਤੀਕਾਂ ਦੀਆਂ ਕੀਮਤਾਂ 2 ਤਰ੍ਹਾਂ ਦੀਆਂ ਹੁੰਦੀਆਂ ਹਨ, ਇੱਕ ਅੰਦਰਲੀ ਤੇ ਇੱਕ ਬਾਹਰਲੀ। ਇੱਕ ਦਾ ਅਰਥ ਸਧਾਰਨ ਹੁੰਦਾ ਹੈ, ਦੂਜੀ ਦਾ ਵਿਸ਼ੇਸ਼, ਜਿਵੇਂ ਕੇਸਰੀ, ਚਿੱਟਾ ਅਤੇ ਹਰਾ। ਉਂਝ ਤੇ ਸਧਾਰਨ ਰੰਗ ਹਨ, ਪਰੰਤੂ ਤਿਰੰਗੇ ਵਿੱਚ ਇਹ ਕੇਸਰੀ ਰੰਗ ਕੁਰਬਾਨੀ ਦਾ, ਚਿੱਟਾ ਰੰਗ ਸ਼ਾਂਤੀ ਦਾ ਤੇ ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ। ਮੁੱਢਲੇ ਸਮੇਂ ਵਿੱਚ ਲੋਕ ਆਪਣੀ ਬੋਲੀ ਵਿੱਚ ਅਲੰਕਾਰ ਬਹੁਤ ਵਰਤਦੇ ਹਨ। ਬੋਲੀ ਅਜੇ ਬਣ ਰਹੀ ਸੀ। ਵਿਚਾਰਾਂ ਦੇ ਮੁਕਾਬਲੇ ਵਸਤਾਂ ਦੀ ਗਿਣਤੀ ਬਹੁਤ ਸੀ। ਹਰ ਇੱਕ ਵਸਤੂ ਲਈ ਨਵਾਂ ਸ਼ਬਦ ਘੜਿਆ ਜਾਂਦਾ ਸੀ। ਉਹ ਸ਼ਬਦ ਉਸ ਵਸਤੂ ਦਾ ਪ੍ਰਤੀਕ ਹੁੰਦਾ ਸੀ। ਸਾਹਿਤ ਵਿੱਚ ਤੇ ਖਾਸ ਕਰਕੇ ਕਵਿਤਾ ਵਿੱਚ ਪ੍ਰਤੀਕ ਜਾਂ ਸੰਕੇਤ ਇੱਕ ਉੱਚਾ ਲੱਛਣ ਸਮਝਿਆ ਜਾਂਦਾ ਹੈ। ਸਾਹਿਤ ਦੇ ਖੇਤਰ ਵਿੱਚ ਪ੍ਰਤੀਕਵਾਦ ਦਾ ਪ੍ਰਯੋਗ 1770 ਈਸਵੀ ਦੇ ਲਗਭਗ ਫਰਾਂਸੀਸੀ ਭਾਸ਼ਾ ਦੇ ਕਵੀਆਂ ਨੇ ਕੀਤਾ। ਪ੍ਰਕਿਰਤੀ ਦੇ ਪਦਾਰਥ ਜਾਂ ਵਸਤਾਂ ਕਵੀ ਲਈ ਸੰਕੇਤ ਦਾ ਕੰਮ ਦਿੰਦੀਆਂ ਹਨ, ਜਿਵੇਂ ਬੇੜੀ ਜੀਵਨ ਯਾਤਰਾ ਦਾ ਸੰਕੇਤ ਹੈ ਤੇ ਸਾਗਰ ਸੰਸਾਰ ਦਾ। ਪ੍ਰਤੀਕਾਂ ਦੀ ਹੋਂਦ ਪੰਜਾਬੀ ਨਾਟਕ ਵਿੱਚ ਵੀ ਮਿਲ ਜਾਂਦੀ ਹੈ। ਸੰਤ ਸਿੰਘ ਸੇਖੋਂ ਦਾ ਨਾਟਕ ਬਾਬਾ ਬੋਹੜ ਪੰਜਾਬ ਦੇ ਇਤਿਹਾਸ ਦਾ ਪ੍ਰਤੀਕ ਹੈ। ਸੁਰਜੀਤ ਸਿੰਘ ਸੇਠੀ ਦੇ ਨਾਟਕ ਮਰਦ ਮਰਦ ਨਹੀਂ, ਤੀਵੀਂ ਤੀਵੀਂ ਨਹੀਂ ਵਿੱਚ ਇੱਕ ਬਿਰਛ ਨੂੰ ਸਮਾਜਿਕ ਬੰਧਨਾਂ ਦੇ ਪ੍ਰਤੀਕ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਧਾਰਮਿਕ ਖੇਤਰ ਵਿੱਚ ਪ੍ਰਤੀਕਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ। ਪਰਮਾਤਮਾ ਨਿਰਾਕਾਰ ਹੈ, ਉਸਦਾ ਨਾਂ ਅਤੇ ਉਸਦੀ ਮੂਰਤੀ ਉਸਦੇ ਪ੍ਰਤੀਕ ਹਨ। ਸੂਰਜ ਸਾਰੇ ਸੰਸਾਰ ਵਿੱਚ ਪਰਮਾਤਮਾ ਦਾ ਪ੍ਰਮੁੱਖ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਪ੍ਰਕਾਸ਼ ਗਿਆਨ ਦਾ। ਉਪਨਿਸ਼ਦ ਵਿੱਚ ਪੰਛੀ ਜੀਵ ਆਤਮਾ ਦਾ ਪ੍ਰਤੀਕ ਮੰਨਿਆ ਗਿਆ ਹੈ। ਪ੍ਰਤੀਕ ਲਮਿਆਇਆ ਗਿਆ ਰੂਪਕ ਹੀ ਹੁੰਦਾ ਹੈ। ਸਪੈਂਸਰ ਦੀ ਮਹਾਨ ਕਿਰਤ ਫੇਅਰੀ ਕੁਈਨ ਵਿੱਚ ਪ੍ਰਤੀਕਾਂ ਦੀ ਸੁੰਦਰ ਵਰਤੋਂ ਮਿਲਦੀ ਹੈ। 7ਵਾਂ ਬਿੰਬ। ਬਿੰਬ ਕੀ ਹੁੰਦਾ ਹੈ, ਉਦਾਹਰਨ ਦੇ ਕੇ ਦੱਸੋ। ਬਿੰਬ ਸਾਹਿਤਕਾਰ ਦੇ ਭਾਵ ਪ੍ਰਗਟਾਵੇ ਦਾ ਸਾਧਨ ਹੁੰਦੇ ਹਨ। ਸਧਾਰਨ ਰੂਪ ਵਿੱਚ ਬਿੰਬ ਦਾ ਅਰਥ ਕਿਸੇ ਮੂਲ ਵਸਤੂ ਦੀ ਪ੍ਰਤੀਕਿਰਤ ਜਾਂ ਪ੍ਰਤੀਛਾਇਆ ਹੁੰਦਾ ਹੈ। ਕਾਲਰਿਜ ਮੁਤਾਬਕ ਬਿੰਬ ਕਿਸੇ ਸੰਵੇਦਨਾ ਦੀ ਅਨੁਕ੍ਰਿਤੀ, ਕੋਈ ਭਾਵ, ਕੋਈ ਮਾਨਸਿਕ ਘਟਨਾ, ਕੋਈ ਅਲੰਕਾਰ ਜਾਂ ਵਸਤੂ ਦੀ ਤੁਲਨਾਤਮਕ ਇਕਾਈ ਤੱਕ ਹੋ ਸਕਦਾ ਹੈ। ਕੇਵਲ ਇਸ ਵਿੱਚ ਕਿਸੇ ਤੱਥ ਨੂੰ ਪੇਸ਼ ਕਰਨ ਦੀ ਸਮਰੱਥਾ ਦਾ ਹੋਣਾ ਜ਼ਰੂਰੀ ਹੈ। ਕਿਹਾ ਜਾ ਸਕਦਾ ਹੈ ਕਿ ਬਿੰਬ ਸਾਡੀਆਂ ਪਹਿਲੀਆਂ ਅਨੁਭੂਤੀਆਂ ਅਤੇ ਭਾਵਨਾਵਾਂ ਦਾ ਮੂਰਤੀਕਰਨ ਹੁੰਦਾ ਹੈ, ਜਿਸ ਵਿੱਚ ਆਵੇਗ, ਸੰਵੇਦਨਾ ਅਤੇ ਭਾਵਨਾਵਾਂ ਦਾ ਹੋਣਾ ਲਾਜ਼ਮੀ ਹੈ। ਇਹ ਅਲੰਕਾਰਾਂ, ਉਪਮਾਨਾਂ, ਰੂਪਕਾਂ, ਮੁਹਾਵਰਿਆਂ ਆਦਿ ਵਿੱਚ ਜਾਂ ਇਹਨਾਂ ਸਾਰਿਆਂ ਤੋਂ ਵੱਖ ਹੋ ਕੇ ਵੀ ਅਭਿਵਿਅਕਤ ਹੁੰਦਾ ਹੈ। ਬਿੰਬਾਂ ਨੂੰ ਕਾਵਿ ਦਾ ਪ੍ਰਮੁੱਖ ਗੁਣ ਜਾਂ ਵਿਸ਼ੇਸ਼ਤਾ ਮੰਨਣ ਵਾਲੇ ਸਿਧਾਂਤ ਨੂੰ ਬਿੰਬਵਾਦ ਦਾ ਨਾਂ ਦਿੱਤਾ ਜਾਂਦਾ ਹੈ। ਇਸ ਵਿੱਚ ਬਿੰਬਾਂ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਕ ਅਤੇ ਭਾਵੁਕ ਅਰਥ ਪ੍ਰਗਟ ਕੀਤੇ ਜਾ ਸਕਦੇ ਹਨ। ਭਾਵੇਂ ਸ਼ਬਦ ਅਸੀਂ ਸਧਾਰਨ ਤੌਰ 'ਤੇ ਹੀ ਵਰਤਦੇ ਹਾਂ, ਪਰ ਉਹ ਕਿਸੇ ਖਾਸ ਹਵਾਲੇ ਦੇ ਬਿੰਬ ਹੁੰਦੇ ਹਨ। ਉਦਾਹਰਨ ਲਈ, ਜਦੋਂ ਸ਼ੇਰ ਨਾਲ ਤੁਲਨਾ ਦਿੰਦੇ ਹਾਂ ਤਾਂ ਸਾਡਾ ਭਾਵ ਉਸ ਵਿਅਕਤੀ ਵਿਚਲੀ ਸ਼ੂਰਬੀਰਤਾ ਨੂੰ ਸ਼ੇਰ ਦੇ ਰੂਪ ਵਿੱਚ ਪ੍ਰਗਟਾਉਣ ਤੋਂ ਹੁੰਦਾ ਹੈ, ਨਾ ਕਿ ਇਹ ਦੱਸਣਾ ਕਿ ਉਹ ਵਿਅਕਤੀ ਸਰੀਰਕ ਤੌਰ 'ਤੇ ਸ਼ੇਰ ਹੈ। ਬਿੰਬਾਂ ਦੀ ਬਹੁਤੀ ਵਰਤੋਂ ਕਵਿਤਾ ਵਿੱਚ ਹੀ ਕੀਤੀ ਜਾਂਦੀ ਹੈ। ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਬਿੰਬਵਾਦੀ ਸ਼ਬਦਾਂ ਦੇ ਸੰਜਮ ਵੱਲ ਖਾਸ ਧਿਆਨ ਦਿੰਦੇ ਹਨ ਅਤੇ ਇਹ ਸ਼ਬਦਾਂ ਦਾ ਸੰਜਮ ਹੀ ਕਵਿਤਾ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਸਮਝੀ ਜਾਂਦੀ ਹੈ। ਦੂਜਾ ਕਾਰਨ ਇਹ ਹੈ ਕਿ ਬਿੰਬ ਪ੍ਰਯੋਗ ਨਾਲ ਰਚਨਾ ਵਿੱਚ ਅਸਪਸ਼ਟਤਾ ਆ ਜਾਂਦੀ ਹੈ। ਬਿੰਬਵਾਦੀ ਕਲਾਕਾਰ ਉਸਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਹਾਵ-ਭਾਵ ਕੁਝ ਬਿੰਬਾਂ ਰਾਹੀਂ ਪ੍ਰਗਟ ਕਰੇ। ਸਾਹਿਤ ਰਚਨਾ ਵਿੱਚ ਬਿੰਬ ਵਿਧਾਨ ਦਾ ਸਰੂਪ ਬਹੁਤਾ ਕਰਕੇ ਕਵੀ ਜਾਂ ਲੇਖਕ ਦੀ ਆਪਣੀ ਸ਼ਖਸੀਅਤ 'ਤੇ ਨਿਰਭਰ ਹੁੰਦਾ ਹੈ। ਬਿੰਬ ਵਿਧਾਨ ਵਿੱਚ ਬਿੰਬ ਕਈ ਪ੍ਰਕਾਰ ਦੇ ਹੋ ਸਕਦੇ ਹਨ। ਰਸ ਬਿੰਬ, ਇਸ ਨੂੰ ਸਵਾਦ-ਪਰਕ ਬਿੰਬ ਵੀ ਕਹਿ ਲਿਆ ਜਾਂਦਾ ਹੈ। ਇਸ ਦਾ ਸੰਬੰਧ ਜੀਵ ਨਾਲ ਹੈ। ਇਹ ਬਿੰਬ ਰਸ ਦਾ ਸੂਚਕ ਹੈ।
ਜਿਸ ਤੋਂ ਪਤਾ ਲੱਗਦਾ ਹੈ ਕਿ ਕੋਈ ਚੀਜ਼ ਰਸੀਲੀ, ਫਿੱਕੀ, ਮਿੱਠੀ, ਕੌੜੀ ਜਾਂ ਬੇਰਸੀ ਹੈ। ਜਿਵੇਂ ਤੈਨੂੰ ਵੇਖਿਆ ਸਬਰ ਨਾ ਆਵੇ, ਯਾਰਾ ਤੇਰਾ ਘੁੱਟ ਭਰ ਲਾਂ। ਫਰੀਦਾ ਸ਼ੱਕਰ ਖੰਡ ਨਿਵਾਤ, ਗੁੜ ਮੱਖਿਓ ਮਾਝਾ ਦੁੱਧ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਸਪਰਸ਼ ਬਿੰਬ। ਇਹ ਬਿੰਬ ਸਪਰਸ਼ ਦਾ ਅਨੁਭਵ ਕਰਾਉਂਦਾ ਹੈ। ਜਿਵੇਂ ਲੋਟਣ ਬਣ ਮਿੱਤਰਾ, ਜੇ ਤੂੰ ਗੋਰੀਆਂ ਗੱਲਾਂ ਦਾ ਰਸ ਲੈਣਾ। ਚੁੰਬਕੀ ਗਰਸੀ ਨੂੰ ਸੁਣ ਸਖੀ, ਜੋ ਜੋ ਛੁਡਾਵਨ ਲੱਗ ਸੀ। ਆਪ ਗਰਸਿਆ ਜਾਵਸੀ, ਐਸਾ ਹੈ ਉਹ ਖਿੱਚਦਾ ਰੁੱਖ। ਤੀਸਰਾ ਹੈ ਰੂਪ ਬਿੰਬ। ਰੂਪ ਬਿੰਬ ਨੂੰ ਦ੍ਰਿਸ਼ਟੀਪਰਕ ਬਿੰਬ ਵੀ ਕਿਹਾ ਜਾਂਦਾ ਹੈ। ਇਹ ਇੱਕ ਕਿਸਮ ਦੀ ਤਸਵੀਰ ਹੁੰਦੇ ਹਨ ਜੇ ਸਾਡੇ ਮਨ ਦੇ ਚਿੱਤਰਪਟ ਉੱਤੇ ਉਕਰੀ ਜਾਂਦੀ ਹੈ। ਜਿਵੇਂ ਸਿਰ 'ਤੇ ਚੁੱਕੀ ਭੰਡ ਘਾਹ ਦੀ, ਪਹਿਲਾਂ ਪਾਂਦੀ ਝੋਲੇ ਖਾਂਦੀ, ਆਈ ਕੁੜੀ ਪੋਠੋਂ ਹਾਰਦੀ। ਚੌਥਾ ਨਾਦ ਬਿੰਬ। ਇਸ ਬਿੰਬ ਦਾ ਸੰਬੰਧ ਸੁਣਨ ਸ਼ਕਤੀ ਨਾਲ ਹੁੰਦਾ ਹੈ। ਜਿਵੇਂ ਦੁਰਗਾ ਬੈਣ ਸੁਣਦੀ ਹੱਸੀ ਹੜਹੜਾਏ, ਡਮਕ ਡਮਕ ਡੋਰੂ ਡਮਕਾਉਂਦੇ। ਪੰਜਵਾਂ ਹੈ ਗੰਧ ਬਿੰਬ। ਇਸ ਬਿੰਬ ਦਾ ਸੰਬੰਧ ਸੁੰਘਣ ਸ਼ਕਤੀ ਨਾਲ ਹੈ। ਜਿਵੇਂ ਵੇ ਮੈਂ ਭਰੀ ਸੁਗੰਧੀਆਂ ਪਾਉਣ ਸੱਜਣ ਤੇਰੇ ਬੂਹੇ, ਕੱਛਾਂ ਦੀ ਬਦਬੋਈ ਹੁੱਲੇ ਜਿਉਂ ਪਿਆਜੀ ਭੁੱਕਾਂ। ਛੇਵਾਂ ਹੈ ਮਨੋਵਿਗਿਆਨਿਕ ਬਿੰਬ। ਇਸ ਵਿੱਚ ਮਾਨਸਿਕ ਹਾਲਤ ਦੀ ਤਸਵੀਰ ਇੰਨ ਬਿੰਨ ਪੇਸ਼ ਕੀਤੀ ਜਾਂਦੀ ਹੈ। ਜਿਵੇਂ ਦਿਲ ਮੁੜਦਾ ਹੀ ਨਹੀਂ ਉਸਦੇ ਦਰੋਂ, ਦੇਖਿਆ ਜਾ ਸਕੇ ਨਾ ਜਾ ਸਕੇ ਦੇਖਿਆ। ਬਿੰਬਵਾਦ ਦੀ ਧਾਰਨਾ ਪਲੇਟੋ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਪੰਜਾਬੀ ਸਾਹਿਤ ਵਿੱਚ ਖਾਸ ਕਰਕੇ ਕਵਿਤਾ ਵਿੱਚ ਵੀ ਬਿੰਬਾਂ ਦਾ ਪ੍ਰਯੋਗ ਮੁੱਢ ਤੋਂ ਹੀ ਹੁੰਦਾ ਆਇਆ ਹੈ। ਬਾਬਾ ਫਰੀਦ ਨੇ ਆਪਣੀ ਕਵਿਤਾ ਵਿੱਚ ਬਿੰਬਾਂ ਅਤੇ ਪ੍ਰਤੀਕਾਂ ਦਾ ਕਾਫੀ ਪ੍ਰਯੋਗ ਕੀਤਾ ਹੈ। ਲਗਭਗ ਹਰ ਕਾਲ ਦੀ ਪੰਜਾਬੀ ਕਵਿਤਾ ਵਿੱਚ ਸਾਨੂੰ ਬਿੰਬ ਵਿਧਾਨ ਦੇ ਦਰਸ਼ਨ ਹੁੰਦੇ ਹਨ। ਅੱਠਵਾਂ ਹੈ ਸ਼ੈਲੀ। ਸ਼ੈਲੀ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦੀ ਪਰਿਭਾਸ਼ਾ ਲਿਖਦੇ ਹੋਏ ਦੱਸੋ ਕਿ ਇੱਕ ਚੰਗਾ ਸ਼ੈਲੀਕਾਰ ਬਣਨ ਲਈ ਲੇਖਕ ਵਿੱਚ ਕਿਹੜੇ ਗੁਣਾਂ ਦੀ ਜ਼ਰੂਰਤ ਹੁੰਦੀ ਹੈ। ਹਰ ਇੱਕ ਲੇਖਕ ਦਾ ਆਪਣਾ ਲਿਖਣ ਢੰਗ ਹੈ। ਇਸ ਲਿਖਣ ਢੰਗ ਨੂੰ ਹੀ ਜਦੋਂ ਇਹ ਪਕੇਰੇ ਰੂਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ, ਅਸੀਂ ਸ਼ੈਲੀ ਆਖ ਦਿੰਦੇ ਹਾਂ। ਕਿਸੇ ਵੀ ਦੋ ਲਿਖਾਰੀਆਂ ਦਾ ਲਿਖਣ ਢੰਗ ਇੱਕ ਨਹੀਂ ਹੋ ਸਕਦਾ। ਸ਼ੈਲੀ ਦੀ ਕਈ ਪੱਛਮੀ ਵਿਦਵਾਨਾਂ ਨੇ ਵੱਖ-ਵੱਖ ਸ਼ਬਦਾਂ ਵਿੱਚ ਵਿਆਖਿਆ ਕੀਤੀ ਹੈ। ਜੇ.ਬੀ. ਮਿਲਟਨ ਮਰੇ ਆਪਣੀ ਪੁਸਤਕ ਪ੍ਰੋਬਲਮ ਆਫ ਸਟਾਈਲ ਵਿੱਚ ਸ਼ੈਲੀ ਬਾਰੇ ਲਿਖਦਾ ਹੈ। ਸਟਾਈਲ ਮੀਨਸ ਦੈਟ ਪਰਸਨਲ ਆਈਡੋਸਕੈਰਸੀ ਆਫ ਐਕਸਪ੍ਰੈਸ਼ਨ ਬਾਈ ਵਿਚ ਵੀ ਰਿਕੋਗਨਾਈਜ਼ ਅ ਰਾਈਟਰ। ਭਾਵ ਸ਼ੈਲੀ ਦਾ ਅਰਥ ਉਹ ਜਾਤੀ ਬਿਆਨ ਦੇ ਢੰਗ ਹਨ ਜਿਨ੍ਹਾਂ ਰਾਹੀਂ ਅਸੀਂ ਕਿਸੇ ਲਿਖਾਰੀ ਨੂੰ ਪਛਾਣ ਸਕਦੇ ਹਾਂ। ਭਾਵ ਇਹ ਹੈ ਕਿ ਚੰਗੇ ਗਦ ਸ਼ੈਲੀਕਾਰ ਦੀ ਲਿਖਤ ਪੜ੍ਹ ਕੇ ਹੀ ਅਸੀਂ ਕਹਿਣ ਯੋਗ ਹੋ ਜਾਂਦੇ ਹਾਂ ਕਿ ਇਹ ਇਸ ਲਿਖਾਰੀ ਦੀ ਰਚਨਾ ਹੈ। ਚੰਗੇ ਗਦ ਸ਼ੈਲੀਕਾਰ ਉੱਤੇ ਇਹ ਪਰਿਭਾਸ਼ਾ ਠੀਕ ਢੁਕਦੀ ਹੈ। ਜਿੰਨਾ ਚਿਰ ਕੋਈ ਲਿਖਾਰੀ ਇਸ ਯੋਗ ਨਹੀਂ ਹੋ ਜਾਂਦਾ ਕਿ ਉਹ ਆਪਣੀ ਲਿਖਤ ਤੋਂ ਪਛਾਣਿਆ ਜਾਏ, ਅਸੀਂ ਉਸਨੂੰ ਚੰਗਾ ਗਦ ਸ਼ੈਲੀਕਾਰ ਨਹੀਂ ਆਖ ਸਕਦੇ। ਇਹ ਕਹਿਣਾ ਗਲਤ ਨਹੀਂ ਕਿ ਹਰ ਲਿਖਾਰੀ ਦਾ ਇੱਕ ਵੱਖਰਾ ਜਾਂ ਜਾਤੀ ਲਿਖਣ ਢੰਗ ਹੁੰਦਾ ਹੈ। ਸ਼ੈਲੀ ਨੂੰ ਪੋਪ ਨੇ ਇਨ੍ਹਾਂ ਹੀ ਅਰਥਾਂ ਵਿੱਚ ਲਿਆ ਹੈ। ਉਹ ਲਿਖਦਾ ਹੈ, ਸਟਾਈਲ ਇਨ ਬ੍ਰੋਡੈਸਟ ਸੈਂਸ ਇਜ਼ ਫੰਡਾਮੈਂਟਲੀ ਅ ਪਰਸਨਲ ਕੁਆਲਿਟੀ। ਪੋਪ ਨੇ ਸ਼ੈਲੀ ਨੂੰ ਡਰੈਸ ਆਫ ਥੋਟ ਵੀ ਕਿਹਾ ਹੈ। ਸ਼ੈਲੀ ਗੁੰਝਲਦਾਰ ਵੀ ਹੋ ਸਕਦੀ ਹੈ ਤੇ ਸਪਸ਼ਟ ਵੀ। ਸ਼ੈਲੀ ਗੁੱਟ ਵੀ ਹੋ ਸਕਦੀ ਹੈ ਤੇ ਪਤਲੀ ਵੀ। ਇਸ ਤੋਂ ਭਾਵ ਇਹ ਹੈ ਕਿ ਜਿਸ ਮਨੁੱਖੀ ਦਿਮਾਗ ਦੇ ਵਿੱਚ ਕੋਈ ਖਿਆਲ ਜਦ ਤੱਕ ਸਪਸ਼ਟ ਰੂਪ ਵਿੱਚ ਨਹੀਂ ਪਲ ਜਾਂਦਾ, ਉਦੋਂ ਤੱਕ ਜੇਕਰ ਉਹ ਉਸ ਨੂੰ ਲਿਖ ਦੇਵੇ ਤਾਂ ਉਸਦੀ ਸ਼ੈਲੀ ਵਿੱਚ ਸਪਸ਼ਟਤਾ ਨਹੀਂ ਆ ਸਕਦੀ, ਕਿਉਂਕਿ ਜਦ ਉਸਨੇ ਆਪਣੇ ਦਿਮਾਗ ਵਿੱਚ ਗੁੰਝਲ ਹੈ ਤਾਂ ਲਿਖਤ ਵਿੱਚ ਕਿਉਂ ਨਾ ਹੋਵੇਗੀ। ਇੱਕ ਹੋਰ ਅੰਗਰੇਜ਼ੀ ਸਮਾਲੋਚਕ ਤੇ ਵਿਦਵਾਨ ਨੇ ਸ਼ੈਲੀ ਨੂੰ ਇਨ੍ਹਾਂ ਸ਼ਬਦਾਂ ਨਾਲ ਵਿਆਖਿਆ ਹੈ। ਭਾਵ ਇਹ ਕਿ ਜੇਕਰ ਕਿਸੇ ਨੇ ਕੁਝ ਜਾਤੀ ਤੌਰ 'ਤੇ ਆਖਣਾ ਹੈ ਤਾਂ ਉਹ ਆਪਣਾ ਨਿਵੇਕਲਾ ਢੰਗ ਆਖਣ ਲਈ ਲੱਭ ਲਏਗਾ। ਇਸ ਨੂੰ ਹੀ ਅਸੀਂ ਉਸਦੀ ਸ਼ੈਲੀ ਆਖਾਂਗੇ। ਹਡਸਨ ਦਾ ਕਥਨ ਹੈ, If someone has really to say
He seldom fails to find a personal way in which of say। ਥੋੜ੍ਹੇ ਸ਼ਬਦਾਂ ਵਿੱਚ ਅਸੀਂ ਸ਼ੈਲੀ ਦੀ ਪਰਿਭਾਸ਼ਾ ਇਸ ਤਰ੍ਹਾਂ ਕਰ ਸਕਦੇ ਹਾਂ। ਕਿਸੇ ਲੇਖਕ ਦਾ ਲਿਖਣ ਢੰਗ ਜੋ ਉਸਦਾ ਆਪਣਾ ਤੇ ਨਿਵੇਕਲਾ ਹੁੰਦਾ ਹੈ ਉਸ ਨੂੰ ਉਸਦੀ ਸ਼ੈਲੀ ਕਹਿੰਦੇ ਹਾਂ। ਇੱਕ ਚੰਗਾ ਸ਼ੈਲੀਕਾਰ ਬਣਨ ਲਈ ਤਿੰਨਾਂ ਗੱਲਾਂ ਦਾ ਧਿਆਨ ਹੋਣਾ ਜ਼ਰੂਰੀ ਹੈ। ਲਿਖਤ ਵਿੱਚ ਪਕੇਰਾਪਨ ਅਰਥਾਤ ਲਿਖਣ ਦੇ ਚੰਗੇ ਅਭਿਆਸ ਨਾਲ ਲਿਖਤ ਵਿੱਚ ਆਇਆ ਪਕੇਰਾਪਨ ਹੋਣਾ ਜ਼ਰੂਰੀ ਹੈ। ਸ਼ੈਲੀ ਨੂੰ ਸੁੰਦਰ ਬਣਾਉਣ ਲਈ ਚੰਗਾ ਸਾਹਿਤਕ ਅਧਿਐਨ। ਸ਼ੈਲੀ ਵਿੱਚ ਸਾਦਗੀ ਤੇ ਸਪਸ਼ਟਤਾ ਲਿਆਉਣ ਲਈ ਬੋਲੀ ਤੇ ਕਾਬੂ